टॉपिक ਆਪਾਂ ਜਿਹੜਾ ਕਰ ਰਹੇ ਸੀਗੇ ਹੀਟ ਇੰਜਨ ਤੇ ਹੀਟ ਪੰਪ ਦੋਨਾਂ ਦੀ ਬਲੌਕ ਡਾਇਗਰਾਮ ਦੱਸਣ ਲੱਗਿਆ। ਇਹਦੇ ਅੰਦਰ ਅਸੀਂ ਡਿਫਾਈਨ ਕੀਤਾ ਸੀਗਾ ਜੇ ਹੀਟ ਇੰਜਨ ਲਵਾਂ, ਜੇ ਹੀਟ ਇੰਜਨ ਆ ਜੇ और दूसरे पासे मेरे को जे हीट पंप आ एक बार जल्दी जल्दी बना रहे हैं फिर दसदा तुहानू। चलो दोनों की ब्लॉक डायग्राम च ये दसिया सीगा कि जिहड़ा हीट इंजन हुंदा इहदी बेसिक वर्किंग ये हैगी आ कि इट विल कन्वर्ट हीट एनर्जी इनटू मैकेनिकल, मतलब इन्हें हीट एनर्जी नु मैकेनिकल एनर्जी च कन्वर्ट करना। ਉਹਦੇ ਵਾਸਤੇ ਅਸੀਂ ਕਿਹਾ ਸੀ ਸਾਡੇ ਕੋਲ ਜਿਹੜਾ ਇੱਕ ਸੋਰਸ ਆਫ ਹੀਟ ਹੋਏਗਾ, ਇੱਕ ਸਾਡੇ ਕੋਲ ਸੋਰਸ ਆਫ ਹੀਟ ਹੋਏਗਾ, ਠੀਕ ਹੈ, which is always to be kept at a higher temperature, और T1 ਜਿਹੜਾ ਹੋਏਗਾ it always greater than T2। ਇਹ ਚ ਵੀ ਸੇਮ ਕੰਡੀਸ਼ਨ ਆ ਕਿ ਜਿਹੜਾ ਸੋਰਸ ਹੋਏਗਾ it always to be at a higher temperature than the condensing, ठीक है। दोनों केसेस ਦੇ ਅੰਦਰ ਸੋਰਸ ਹਮੇਸ਼ਾ ਹਾਈ ਟੈਂਪਰੇਚਰ ਤੇ ਹੀ ਰਹਿਣਾ, ठीक है, पर फर्क ये होएगा इत्थे असी सोर्स दे कोलों हीट एनर्जी लैके असी सोर्स दे कोलों हीट एनर्जी जिहड़ी एसएच लैके ओदे एसएच मैकेनिकल वर्क च कन्वर्ट करदे आ इस वर्किंग सबस्टेंस दी हेल्प नाल। और जिहड़ी साडी वेस्ट हीट हुंदी आ ਉਹ ਅਸੀਂ ਮੰਨਿਆ Q2 ਹੀਟ એનર્ਜੀ ਆ ਜਿਹੜੀ ਸਿੰਕ ਨੂੰ ਜਾਂਦੀ ਹੈ। ਸਿੰਕ ਅਸੀਂ ਉਸ ਮੂਮੈਂਟ ਤੇ ਕੰਸੀਡਰ ਕੀਤਾ ਕਿ ਤੁਹਾਡੀ ਸਰਾਊਂਡਿੰਗ, ਇਹਦੀ ਐਗਜ਼ਾਮਪਲ ਕੋਡ ਕੀਤੀ ਸੀ ਤੁਹਾਡਾ ਸਕੂਟਰ ਹੋ ਗਿਆ ਜਿੱਦਾਂ ਸਕੂਟਰ ਜਿੰਨੀ ਹੀਟ એનર્ਜੀ ਜਿਹੜੀ ਐਸਐਚ ਚੈਂਬਰ ਦੇ ਅੰਦਰ ਮਕੈਨੀਕਲ ਚ ਕਨਵਰਟ ਕਰਦਾ, ਉਹ ਚ ਜਿਹੜਾ ਪਿਸਟਨ ਸਿਸਟਮ ਆ ਜਿੰਨੀ ਉਹ ਤੁਹਾਡੀ ਹੀਟ એનર્ਜੀ ਨੂੰ ਮਕੈਨੀਕਲ એનર્ਜੀ ਚ ਕਨਵਰਟ ਕਰਾਂਦਾ ਉਹ ਤੁਹਾਡਾ ਐਸਐਚ ਯੂਜ਼ਫੁਲ ਵਰਕ ਹੋਏਗਾ। पर ਜਿਹੜੀ ਇਸ ਸਾਰੇ ਪ੍ਰੋਸੈਸ ਚ ਹੀਟ એનર્ਜੀ ਵੇਸਟ ਹੋਈ ਉਹ ਸਿਲੈਂਸਰ ਦੇ ਥਰੂ ਤੁਹਾਡੇ ਸਾਰੇ ਦੇ ਸਾਰੇ ਬਾਹਰ ਐਟਮੋਸਫੀਅਰ ਨੂੰ ਆ ਜਾਂਦੀ ਤੇ ਸਾਡੀ ਐਟਮੋਸਫੀਅਰ ਉਦੋਂ ਜਿਹੜਾ ਵਾ ਉਹ ਸਾਡਾ ਲੋ ਟੈਂਪਰੇਚਰ ਤੇ ਕੰਸੀਡਰ ਹੁੰਦਾ। ਐਟਮੋਸਫੀਅਰ ਸਾਡਾ ਉਦੋਂ ਲੋ ਟੈਂਪਰੇਚਰ ਤੇ ਕੰਸੀਡਰ ਹੁੰਦਾ ਵਾ ਜਿਹਨੂੰ ਅਸੀਂ ਸਿੰਕ ਕੰਸੀਡਰ ਕਰਦੇ ਆ, ਯਾਨੀ ਸਰਾਊਂਡਿੰਗ ਸਾਰੇ ਦੀ ਸਾਰੀ ਸਾਡੀ ਜਿਹੜੀ ਆ ਉਹ ਐਸ ਸੱਚ ਸਿੰਕ ਕੰਸੀਡਰ ਹੁੰਦੀ ਆ ਔਰ ਉਹ ਲੋ ਟੈਂਪਰੇਚਰ ਤੇ ਆ। ਤੇ ਵਰਕਿੰਗ ਸਬਸਟੈਂਸ ਸਾਡਾ ਉਹ ਪਿਸਟਨ ਸਿਸਟਮ ਆ ਜਿਹੜਾ ਐਸਐਚ ਐਕਸਪੈਂਸ਼ਨ ਕੰਪਰੈਸ਼ਨ ਕਰਾ ਕੇ, ਠੀਕ ਹੈ ਜੀ, ਹੀਟ એનર્ਜੀ ਨੂੰ ਮਕੈਨੀਕਲ એનર્ਜੀ ਚ ਕਨਵਰਟ ਕਰਦਾ। ਔਰ ਇਸ ਪ੍ਰੋਸੈਸ ਦੇ ਅੰਦਰ ਹੀਟ ਇੰਜਨ ਦੀ ਐਫੀਸ਼ੀਐਂਸੀ ਜਿਹੜੀ ਸੀਗੀ ਆ ਉਹ ਅਸੀਂ ਡਿਫਾਈਨ ਕਰਦੇ ਕਿ ਕਿੰਨਾ ਮਕੈਨੀਕਲ ਵਰਕ ਹੋਇਆ, ਕਿੰਨਾ ਸਾਡਾ ਮਕੈਨੀਕਲ ਵਰਕ ਪਰ ਸਾਈਕਲ ਹੋਇਆ, ਠੀਕ ਹੈ, ਓਵਰ ਕਿੰਨੀ ਹੀਟ એનર્ਜੀ ਅਸੀਂ ਸੋਰਸ ਦੇ ਕੋਲੋਂ ਇਸ ਵਾਸਤੇ ਲਿੱਤੀ ਸੀ। ਅਸੀਂ ਸੋਰਸ ਦੇ ਕੋਲੋਂ 10 ਜੂਲ એનર્ਜੀ ਲਿੱਤੀ, 10 ਜੂਲ ਦੇ ਵਿੱਚੋਂ 2 ਜੂਲ ਮੰਨ ਲਓ ਮੇਰੀ ਵੇਸਟ ਹੋ ਗਈ, ਕੇਵਲ 8 ਜੂਲ એનર્ਜੀ ਮੇਰੀ ਮਕੈਨੀਕਲ ਵਰਕ ਚ ਕਨਵਰਟ ਹੋਈ ਆ। यानी इत्थे ईटा दा फार्मूला Q1 - Q2 ओवर Q1 आया सी और इनू असी डिफाइन कीता सी 1 - Q2/Q1, यानी आ मेरी एफिशिएंसी दा एक फार्मूला और एदा दूजा फार्मूला सी टेंपरेचर दी फॉर्म च लिखिया सी ते ईटा आया सी 1 - T2/T1। आ दो फार्मूले लिखदा पिया हीट एनर्जी दी फॉर्म च ते तुहाडे कोल दूजा टेंपरेचर दी फॉर्म च। क्या आ दोनों क्लियर आ? Yes, sir. Yes, sir. ओए जिन्हां नूं भुल्ले होए सी खास करके उन्हां नूं पुछदा पिया कि इन्नी गल समय लगदी पई आ। Yes, sir. Yes, sir. Yes, sir. चलो इदां ही जिहड़ा हीट पंप सीगा ਉਹ ਚ ਅਸੀਂ ਇਹ डिफाइन ਕੀਤਾ ਸੀਗਾ ਹੀਟ ਪੰਪ ਹਮੇਸ਼ਾ क्या करेगा ਤੁਹਾਡੇ ਉਹਨੇ ਕੋਲਡਰ ਏਰੀਆ ਦੇ ਵਿੱਚੋਂ ਹੀਟ ਚੁੱਕਣੀ ਆ, ਯਾਨੀ ਸਿੰਕ ਮੇਰਾ ਜਿਹੜਾ ਹੋਏਗਾ ਇਹਦਾ ਟੈਂਪਰੇਚਰ T2 ਆ
ਔਰ T2 ਲੈਸਰ ਦੈਨ T1 ਆ। ਇੱਥੇ ਅਸੀਂ ਕਿਹਾ ਸੀਗਾ ਕਿ ਤੁਹਾਡਾ ਫ੍ਰਿਜ ਵਾਲਾ ਪੋਰਸ਼ਨ ਜਿਹੜਾ ਵਾ, ਰੈਫਰੀਜਰੇਟਰ ਦੇ ਇੰਟੀਰੀਅਰ ਜਿਹੜਾ ਵਾ, ਉਹ ਸਾਡਾ ਸਿੰਕ ਵਾ। ਰੈਫਰੀਜਰੇਟਰ ਨੂੰ ਛੱਡ ਕੇ ਸਾਡਾ ਪੂਰਾ ਕਮਰਾ ਜਿਹੜਾ ਵਾ ਉਹ ਸਾਡੀ ਸਰਾਊਂਡਿੰਗ ਆ। ਕਮਰਾ ਮੇਰਾ ਹਮੇਸ਼ਾ ਹਾਈ ਟੈਂਪਰੇਚਰ ਤੇ ਆ, ਯਾਨੀ ਸੋਰਸ ਹਾਈ ਟੈਂਪਰੇਚਰ ਤੇ ਹੀ ਰਹਿਣਾ ਵਾ, ਸੋਰਸ ਲੋ ਤੇ ਨਹੀਂ ਆਂਦਾ। ਪਰ ਫਰਕ ਹੁਣ ਇਹ ਪੈ ਗਿਆ ਕਿ ਵੀ ਅੱਗੇ ਸਾਡੇ ਕੋਲ ਜਿਹੜਾ ਸਿੰਕ ਸੀ ਉਹ ਸਾਡਾ ਇੱਕ ਤਰ੍ਹਾਂ ਕਮਰਾ ਸੀ। ਮੰਨ ਲਓ ਸਕੂਟਰ ਤੁਸੀਂ ਜਿਹੜਾ ਚਲਾਣੇ ਪਏ ਕਮਰੇ ਦੇ ਅੰਦਰ ਚਲਾ ਰਹੇ ਹੋ, ਤੇ ਅਸੀਂ ਕਿਹਾ ਸੀਗਾ ਕਮਰਾ ਮੇਰਾ ਜਿਹੜਾ ਵਾ ਉਹ ਸਰਾਊਂਡਿੰਗ ਆ, ਉਹ ਮੇਰਾ ਸਿੰਕ ਬਣਦਾ। ਕਮਰਾ ਮੇਰਾ ਇਸ ਕੇਸ 'ਚ ਸਿੰਕ ਬਣਦਾ, ਠੀਕ ਹੈ। ਪਰ ਹੁਣ ਜਿਹੜਾ ਵਾ ਉਹ ਕਮਰਾ ਮੇਰਾ ਇਸ ਵੇਲੇ ਸੋਰਸ ਬਣਦਾ ਪਿਆ। ਇੰਨੀ ਗੱਲ ਸਮਝ ਲੱਗਦੀ ਪਈ? ਯੈਸ ਸਰ। ਰੈਫਰੀਜਰੇਟਰ ਦੇ ਇੰਟੀਰੀਅਰ ਪੋਰਸ਼ਨ ਜਿਹੜਾ ਹੈਗਾ ਵਾ ਉਹ ਤੁਹਾਡਾ ਸਿੰਕ ਵਾ, ਜਿਹੜਾ ਕਿ ਲੋ ਟੈਂਪਰੇਚਰ ਤੇ ਆ। ਅਸੀਂ ਲੋ ਟੈਂਪਰੇਚਰ ਵਾਲੇ ਏਰੀਆ ਦੇ ਵਿੱਚੋਂ Q2 ਹੀਟ એનર્ਜੀ ਬਾਹਰ ਕੱਢੀ ਆ, ਠੀਕ ਹੈ। ਇਹਦਾ ਮਤਲਬ ਰੈਫਰੀਜਰੇਟਰ ਦੇ ਅੰਦਰੋਂ ਤੁਹਾਡੇ ਕੋਲ Q2 એનર્ਜੀ ਬਾਹਰ ਨਿਕਲੀ। ਕਿਹਦੀ ਹੈਲਪ ਨਾਲ ਨਿਕਲੀ? ਵਰਕਿੰਗ ਸਬਸਟੈਂਸ। ਔਰ ਵਰਕਿੰਗ ਸਬਸਟੈਂਸ ਤੇ ਇਲੈਕਟ੍ਰਿਕ ਮੋਟਰ ਵਰਕ ਪਰਫਾਰਮ ਕਰਦੀ, ਯਾਨੀ ਵਰਕ ਇਜ਼ ਡਨ ਔਨ ਦਾ ਗੈਸ, ਠੀਕ ਹੈ। ਉਹਦੇ ਵਾਸਤੇ ਜਦੋਂ ਇਲੈਕਟ੍ਰਿਕ ਮੋਟਰ ਨੇ ਵਰਕ ਪਰਫਾਰਮ ਕੀਤਾ ਤੇ ਸਰਾਊਂਡਿੰਗ ਨੂੰ ਯਾਨੀ ਰੂਮ ਨੂੰ Q1 ਹੀਟ એનર્ਜੀ ਗਈ ਆ। ਔਰ ਰੂਮ ਮੇਰਾ T1 ਟੈਂਪਰੇਚਰ ਦੇ ਉੱਤੇ ਆ, ਇਹ ਹਾਈ ਟੈਂਪਰੇਚਰ ਤੇ ਆ। ਯਾਨੀ ਇਸ ਕੇਸ ਦੇ ਅੰਦਰ ਅਸੀਂ ਲੋ ਟੈਂਪਰੇਚਰ ਰੀਜਨ ਦੇ ਵਿੱਚੋਂ ਹੀਟ એનર્ਜੀ ਹਾਈ ਟੈਂਪਰੇਚਰ ਰੀਜਨ 'ਚ ਟ੍ਰਾਂਸਫਰ ਕਰਦੇ ਪਏ ਵਿਦ ਦਾ ਹੈਲਪ ਆਫ ਐਨ ਇਲੈਕਟ੍ਰਿਕ ਮੋਟਰ। ਇੰਨੀ ਗੱਲ ਸਮਝ ਲੱਗਦੀ ਪਈ? Yes, sir. Yes, sir. ਇਸ ਡਿਵਾਈਸ ਦੇ ਅਕ੍ਰੋਸ ਜੇ ਮੈਂ ਆਪਣਾ ਇਨਪੁਟ ਆਊਟਪੁੱਟ ਕੱਢਾਂ, ਇਹਦੇ ਨਾਲੋਂ ਇੱਕ ਚੀਜ਼ ਰਿਵਰਸ ਹੋ ਜਾਂਦੀ ਹੈ। ਯਾਨੀ ਇਹਦੀ ਆਪਾਂ ਐਫੀਸ਼ੀਐਂਸੀ ਜਿਹੜੀ ਆ ਇਹਨੂੰ ਬੀਟਾ ਸਿੰਬਲ ਦਿੱਤਾ ਸੀ। ਇੱਥੇ ਐਫੀਸ਼ੀਐਂਸੀ ਦੀ ਥਾਂ ਤੇ ਟਰਮ ਅਸੀਂ ਬੋਲ ਦਿੱਤੀ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਆਫ ਰੈਫਰੀਜਰੇਟਰ, ਠੀਕ ਹੈ। ਰੈਫਰੀਜਰੇਟਰ ਦੇ ਪਰਫਾਰਮ ਕਰਨ ਦਾ ਕਿਆ ਕੋਐਫੀਸ਼ੀਐਂਟ ਆ, ਕਿੰਨੀ ਉਹਦੀ ਵੈਲਿਊ ਆ, ਉਹਦੇ ਲਈ ਅਸੀਂ ਇਹਦੇ ਵਿੱਚ ਜੇ ਬੋਲੀਏ ਐਫੀਸ਼ੀਐਂਸੀ ਹੀ ਦੁਬਾਰਾ ਬੋਲਦੇ ਪਏ। ਔਰ ਐਫੀਸ਼ੀਐਂਸੀ ਹਮੇਸ਼ਾ ਆਊਟਪੁੱਟ ਬਾਈ ਇਨਪੁੱਟ ਆ। ਇੱਥੇ ਜਿਹੜੀ ਆਊਟਪੁੱਟ ਆਈ ਆ ਉਹ Q2 એનર્ਜੀ ਆ, ਜਿਹੜੀ ਤੁਸੀਂ ਸਿੰਕ ਚੋਂ ਕੱਢੀ ਆ। ਰੈਫਰੀਜਰੇਟਰ ਦੇ ਅੰਦਰੋਂ ਅਸੀਂ ਜਿਹੜੀ ਹੀਟ એનર્ਜੀ ਕੱਢੀ ਉਹ Q2 ਆ, ਇਹ ਮੇਰੀ ਆਊਟਪੁੱਟ ਆ। ਇੱਥੇ ਉਲਟਾ ਸੀ, ਇੱਥੇ ਸੋਰਸ ਦੇ ਕੋਲੋਂ ਜਿਹੜੀ ਹੀਟ ਲੈ ਰਹੇ ਸੀ ਉਹ ਮੇਰੀ SH ਇਨਪੁੱਟ ਸੀ, ਇੱਥੇ ਆ ਮੇਰੀ ਆਊਟਪੁੱਟ ਆ। ਔਰ ਉੱਥੇ ਅਸੀਂ ਕਿਹਾ ਸੀ ਜੀ ਜਿਹੜਾ SH ਮਕੈਨੀਕਲ ਵਰਕ ਹੋਇਆ ਉਹ ਤੁਹਾਡੀ ਆਊਟਪੁੱਟ ਆ। ਇੱਥੇ ਮੋਟਰ ਨੇ ਜਿੰਨਾ ਵਰਕ ਕੀਤਾ ਇਸ ਹੀਟ એનર્ਜੀ ਨੂੰ ਰੈਫਰੀਜਰੇਟਰ ਚੋਂ ਕੱਢਣ ਵਾਸਤੇ, ਮੋਟਰ ਨੇ ਜਿੰਨਾ ਵਰਕ ਕੀਤਾ, ਮੋਟਰ ਦਾ ਕੀਤਾ ਵਰਕ ਤੁਹਾਡੀ ਇਨਪੁੱਟ ਆ। ਔਰ ਜਿੰਨੀ ਹੀਟ એનર્ਜੀ ਰੈਫਰੀਜਰੇਟਰ ਚੋਂ ਅਸੀਂ ਐਕਸਟ੍ਰੈਕਟ ਕੀਤੀ ਆ ਉਹ ਮੇਰੀ SH ਆਊਟਪੁੱਟ ਆ। ਇਹਦਾ ਮਤਲਬ ਇੱਥੇ ਆਊਟਪੁੱਟ ਮੇਰੀ Q2 ਆ ਤੇ ਜਿਹੜਾ ਮੋਟਰ ਵੱਲੋਂ ਕੀਤਾ ਹੋਇਆ ਵਰਕ ਆ ਉਹ ਮੇਰੀ ਇਨਪੁੱਟ ਆ। ਆਹ ਟਰਮ ਦੇਖਣ ਦੇ ਵਿੱਚ ਪੁੱਠੀ ਹੋ ਜਾਂਦੀ, ਠੀਕ ਹੈ। ਸਾਨੂੰ ਲੱਗਦਾ ਕਿ ਅਸੀਂ ਇਨਪੁੱਟ ਬਾਈ ਆਊਟਪੁੱਟ ਲਿਖਿਆ, ਨਹੀਂ। ਇੱਥੇ ਵੀ ਆਊਟਪੁੱਟ ਬਾਈ ਇਨਪੁੱਟ ਆ, ਇੱਥੇ ਵੀ ਆਊਟਪੁੱਟ ਬਾਈ ਇਨਪੁੱਟ ਆ। ਕਿ ਇੰਨੀ ਗੱਲ ਕਲੀਅਰ ਆ? Yes. Yes sir. Yes, sir. Yes, sir. ਇੱਥੇ ਬੀਟਾ ਆ ਗਿਆ ਸਾਡਾ Q2 ਓਵਰ Q1 ਮਾਈਨਸ Q2, ਠੀਕ ਹੈ ਜੀ। ਆ ਰਿਲੇਸ਼ਨ ਆ ਗਿਆ। ਉਧਰ ਮੇਰੇ ਕੋਲ ਰਿਲੇਸ਼ਨ Q1 ਮਾਈਨਸ Q2 ਬਾਈ Q1 ਸੀਗਾ। ਇਹਨੂੰ ਫਿਰ ਮੈਂ ਸੋਲਵ ਕਰਕੇ ਇੱਕ ਆ ਵੀ ਰਿਲੇਸ਼ਨ ਬਣਾਇਆ ਸੀਗਾ, ਬੀਟਾ ਇਕੁਅਲ ਟੂ Q2 ਬਾਈ Q1 ਓਵਰ 1 ਮਾਈਨਸ Q2 ਬਾਈ Q1। ਮਤਲਬ ਨਿਊਮੀਨੇਟਰ ਤੇ ਡਿਨੋਮੀਨੇਟਰ Q1 ਨਾਲ ਡਿਵਾਈਡ ਕਰ ਲਓ, ਠੀਕ ਹੈ। ਹੁਣ ਜੇ ਬੀਟਾ ਤੇ ਈਟਾ ਆਪਸ ਚ ਰਿਲੇਟ ਕਰਨੇ ਆ, ਜੇ ਮੈਂ ਬੀਟਾ ਔਰ ਈਟਾ ਨੂੰ ਆਪਸ ਚ ਰਿਲੇਟ ਕਰਨਾ ਤੇ ਆ ਰਿਲੇਸ਼ਨ ਚੋਂ ਕਰ ਸਕਦੇ ਹੋ। 1 ਮਾਈਨਸ Q2 ਬਾਈ Q1 ਈਟਾ ਵਾ ਤੇ Q2 ਬਾਈ Q1 ਦੀ ਵੈਲਿਊ 1 ਮਾਈਨਸ ਈਟਾ, ਇੱਥੇ ਭਰ ਲੈਂਦੇ ਆਪਾਂ। ਇਹਦਾ ਮਤਲਬ ਜੇ ਮੈਂ ਇੱਥੋਂ Q2 ਬਾਈ Q1 ਕੱਢ ਲਵਾਂ ਤੇ ਇਸ ਰਿਲੇਸ਼ਨ ਚੋਂ ਮੇਰਾ Q2 ਬਾਈ Q1 ਜਿਹੜਾ ਉਹ 1 ਮਾਈਨਸ ਈਟਾ ਆਜੂ ਬੇਟਾ। Yes sir. ਇਸ ਰਿਲੇਸ਼ਨ ਚ ਇਹਨੂੰ ਅਪਲਾਈ ਕਰ ਲਵਾਂ ਤੇ ਮੇਰੇ ਕੋਲ ਇੱਥੇ ਟਰਮ ਕੀ ਆ ਜਾਏਗੀ 1 ਮਾਈਨਸ ਈਟਾ ਓਵਰ 1 ਮਾਈਨਸ ਈਟਾ। ਇਹਨਾਂ ਆਜੂ ਜੀ। Yes sir. ਓਏ ਨਿਆਣਿਓ ਇੰਨੀ ਗੱਲ ਸਮਝ ਲੱਗਦੀ ਪਈ ਆ? Yes, sir. Yes sir. Yes, sir. ਇਹਦੇ ਵਿੱਚੋਂ 1 ਆਪਣਾ ਕੈਨਸਲ ਹੋ ਜਾ, ਸੌਰੀ ਉਠਾ ਕਰ ਗਿਆ। ਇਹਦੇ ਵਿੱਚੋਂ ਆਪਣੇ ਕੋਲ ਜਿਹੜਾ SH ਆ 1 ਮਾਈਨਸ ਈਟਾ ਦੇ ਵਿੱਚੋਂ
1 अपना कैंसल हो जाना ते अपनी टर्म आ जाएगी 1 माइनस एटा बाय एटा, यानी ये कोएफिशिएंट ऑफ परफॉर्मेंस ते एफिशिएंसी ऑफ ए हीट इंजन, ये आपस इना दोनों दा रिलेशन आ जाओ। क्या इना क्लियर है? Yes, sir. Yes, sir. Yes, हाँ। sir. हुणे एक डिफरेंस कीता आपा, ठीक है जी, हीट इंजन ते हीट पंप च डिफरेंस किया। क्या इन्नी गल क्लियर है सारियां नु? Yes, sir. Yes, sir. Yes, sir. ਇਹਦੇ ਨਾਲ ਹੀ ਅਗਲਾ ਟੌਪਿਕ ਜਿਹੜਾ ਆਪਣਾ ਲਿੰਕ ਹੋ ਜਾਂਦਾ, ਠੀਕ ਹੈ ਜੀ। ਆਪਾਂ ਗੱਲ ਕੀਤੀ ਸੀਗੀ ਕਿ ਵੀ ਫਰਸਟ ਲਾਅ ਦੇ ਅੰਦਰ ਕੁਝ ਲਿਮਿਟੇਸ਼ਨਸ ਆਈਆਂ ਔਰ ਇਹਨਾਂ ਦੋਨਾਂ ਡਿਵਾਈਸਿਸ ਦੀ ਵਰਕਿੰਗ ਜਿਹੜੀ ਆ ਅਸੀਂ ਫਰਸਟ ਲਾਅ ਆਫ ਥਰਮੋਡਾਇਨਾਮਿਕਸ ਦੇ ਬੇਸ ਦੇ ਉੱਤੇ ਦੱਸੀ ਹੋਈ ਆ। ਹੁਣ ਜਿਹੜਾ ਸੈਕੰਡ ਲਾਅ ਆਫ ਥਰਮੋਡਾਇਨਾਮਿਕਸ ਆ, ਠੀਕ ਹੈ, ਸੈਕੰਡ ਲਾਅ ਆਫ ਥਰਮੋਡਾਇਨਾਮਿਕਸ, ਇੱਕ ਆਪਾਂ ਸ਼ੁਰੂ ਕਰ ਲਿਆ ਜ਼ੀਰੋਥ ਲਾਅ। ਸੈਕੰਡ ਲਾਅ ਆਫ ਥਰਮੋਡਾਇਨਾਮਿਕਸ ਜਿਹੜਾ ਵਾ, ਠੀਕ ਹੈ ਜੀ, ਉਹਦੀਆਂ ਅਸੀਂ ਦੋ ਸਟੇਟਮੈਂਟ ਡਿਫਾਈਨ ਕਰਦੇ ਆ। ਸੈਕੰਡ ਲਾਅ ਆਫ ਥਰਮੋਡਾਇਨਾਮਿਕਸ ਨੇ ਸਾਨੂੰ ਐਸ ਸੱਚ ਇੱਕ ਕੈਲਵਿਨ ਸਟੇਟਮੈਂਟ, ਇੱਕ ਕਲੌਜ਼ੀਅਸ ਸਟੇਟਮੈਂਟ, ਦੋ ਸਟੇਟਮੈਂਟ ਦੀ ਫਾਰਮ ਚ ਸਟੇਟਮੈਂਟ ਦਿੱਤੀਆਂ ਹੋਈਆਂ। ਇੱਕ ਨੂੰ ਨਾਮ ਦੇ ਰਿਹਾ ਕੈਲਵਿਨ प्लैंक स्टेटमेंट, कैल्विन प्लैंक स्टेटमेंट एक आ जाएगी बेटा, और सेकंड आ जानी है साडे कोल जेडी, ओनु ਅਸੀਂ ਨਾਮ ਦਿੰਦੇ क्लॉजियस स्टेटमेंट। दो स्टेटमेंट आ ਜਿਹੜੀਆਂ ਐਸਐਚ ਸੈਕੰਡ ਲਾਅ ਆਫ ਥਰਮੋਡਾਇਨਾਮਿਕਸ ਨੂੰ ਡਿਫਾਈਨ ਕਰਦੀਆਂ, ਠੀਕ ਹੈ। ਫਰਸਟ ਲਾਅ ਸਾਡਾ ਬਣ ਗਿਆ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ એનર્ਜੀ, ठीक है। सैकेंड लॉ बेसिकली साडे को डिफाइन करदा कि जेड़ियां इना दोना डिवाइसेस दियां लिमिटेशन सीगियां उन्होंने जस्टिफाई कीता, जिदा कैल्विन प्लैंक स्टेटमेंट हीट इंजन नाल रिलेटेड आ और क्लॉजियस स्टेटमेंट जेड़ी हीट पंप नाल रिलेटेड आ। कैल्विन प्लैंक स्टेटमेंट ये सिर्फ स्टेटमेंट ने, समझ लियो एक बारी। कैल्विन प्लैंक स्टेटमेंट साडे को डिफाइन की कर दिया कहना जी इट इज इम्पॉसिबल, और दूजी गल दोनों दियां दोनों स्टेटमेंट नेगेटिव ने, दोनों दे दोनों स्टेटमेंट नेगेटिव दा मतलब है दोने स्टेटमेंट इट इज इम्पॉसिबल तो शुरू होंदियां। ਇਹਦੇ ਵਿੱਚ ਅਸੀਂ डिफाइन करते इट इज इम्पॉसिबल टू कंस्ट्रक्ट ए हीट इंजन, इट इज इम्पॉसिबल टू कंस्ट्रक्ट ए हीट इंजन which is 100% efficient between the given range of source, between the given range of temperature of source and sink। मतलब ਉਹਦਾ ਇਹ ਹੋਇਆ ਕਿ ਵੀ ਸਾਡੇ ਕੋਲ ਕਹਿੰਦਾ ਜੀ ਨਹੀਂ ਪੋਸੀਬਲ ਕਿ ਵੀ ਆਪਾਂ ਇਦਾਂ ਦਾ ਇੱਕ ਹੀਟ ਇੰਜਨ ਡਿਵੈਲਪ ਕਰ ਪਾਈਏ ਜਿਹਦੀ ਐਫੀਸ਼ੀਐਂਸੀ ਜਿਹੜੀ ਹੋਏਗੀ ਉਹ 100% ਹੋਏਗੀ ਬਿਟਵੀਨ ਦਾ ਗਿਵਨ ਰੇਂਜ ਆਫ ਟੈਂਪਰੇਚਰ ਆਫ ਸੋਰਸ ਐਂਡ ਸਿੰਕ। मतलब ਜੇ ਮੈਂ ਸੋਰਸ ਤੇ ਸਿੰਕ ਦੋ ਕੰਸੀਡਰ ਕਰਕੇ ਬੇਟਾ ਵੱਖਰੇ ਵੱਖਰੇ ਤਰ੍ਹਾਂ ਦੇ ਹੀਟ ਇੰਜਨ ਲਵਾਂ ਔਰ ਹਰ ਹੀਟ ਇੰਜਨ ਦੀ ਅਸੀਂ ਐਫੀਸ਼ੀਐਂਸੀ ਕੱਢੀਏ, ਤੇ ਕਹਿੰਦਾ ਜੀ ਇਹ ਨਹੀਂ ਪੋਸੀਬਲ ਹੈਗਾ कि कोई भी हीट इंजन मेरे को जिहड़ा वो 100% एफिशिएंट बन सके। मतलब हीट इंजन की एफिशिएंसी किसी भी कंडीशन के अंदर 100% नहीं पॉसिबल। क्यों? ओदा कारण फिर इसे ब्लॉक डायग्राम च 100% एफिशिएंसी का मतलब है कि भी Q1 जिहड़ा वा वो वर्किंग जिहड़ा तुहाडा मैकेनिकल वर्क होया वो आपस में बराबर होवे। ਇਹਦਾ मतलब जे मैं एफिशिएंसी ਨੂੰ 100% बनाना वा ਤੇ ਮਕੈਨੀਕਲ ਵਰਕ ਤੇ ਜਿਹੜੀ ਇਨਪੁਟ ਹੀਟ એનર્ਜੀ ਉਹ ਬਿਲਕੁਲ ਬਰਾਬਰ ਆ। ਮਤਲਬ ਇਹ ਪੋਸੀਬਲ ਹੀ ਨਹੀਂ ਕਿ ਸਿੰਕ ਨੂੰ ਕੋਈ ਹੀਟ એનર્ਜੀ ਜਾਵੇ ਨਾ। ਇਹਦਾ ਮਤਲਬ ਹਮੇਸ਼ਾ ਹੀ ਕੁਛ ਨਾ ਕੁਛ ਹੀਟ એનર્ਜੀ ਜਿਹੜੀ ਆ ਉਹ ਵੇਸਟ ਹੋਣੀ ਆ। ਹਾਂ, ਤੁਸੀਂ ਉਹਦੀ ਪਰਫਾਰਮੈਂਸ ਨੂੰ ਬੈਟਰ ਕਰ ਸਕਦੇ ਹੋ। ਮੈਂ ਐਗਜ਼ਾਮਪਲ ਦੱਸੀ ਸੀ ਕਿ ਪਹਿਲਾਂ 2 ਸਟ੍ਰੋਕ ਹੀ ਹੀਟ ਇੰਜਨ ਆਉਂਦੇ ਸੀ, ਤੁਹਾਡੇ ਸਕੂਟਰ ਜਿਹੜੇ 2 ਸਟ੍ਰੋਕ ਸੀਗੇ, ਹੁਣ ਜਿਹੜੇ ਸਕੂਟਰ ਨੇ 4 ਸਟ੍ਰੋਕ ਆ। ਅਸੀਂ ਫਿਊਲ ਦੀ ਐਫੀਸ਼ੀਐਂਸੀ ਜਿਹੜੀ ਹੈਗੀ ਆ, ਠੀਕ ਹੈ, ਫਿਊਲ ਦੀ ਜਿਹੜੀ ਹੀਟ ਨੂੰ ਮਕੈਨੀਕਲ ਚ ਕਨਵਰਟ ਕਰਨ ਦੀ ਐਫੀਸ਼ੀਐਂਸੀ ਜਿਹੜੀ ਆ ਉਹ ਵਧਾ ਲਈ ਅੱਗੇ ਨਾਲ। ਪਰ ਅਸੀਂ ਇਹ ਨਹੀਂ ਕਹਿ ਰਹੇ ਕਿ ਵੀ ਹੁਣ ਜਿਹੜਾ ਹੀਟ ਇੰਜਨ ਅਸੀਂ ਵਰਤਦੇ ਪਏ ਪੈਟਰੋਲ ਇੰਜਨ ਉਹਦੀ ਐਫੀਸ਼ੀਐਂਸੀ 100% ਉਹ ਚ ਵੇਸਟੇਜ ਹੈ ਨਹੀਂ। ਕਹਿੰਦਾ ਜੀ ਇਹ ਪੋਸੀਬਲ ਨਹੀਂ ਹੋਏਗਾ। ਇਸ ਚੀਜ਼ ਨੂੰ ਐਸਐਚ ਜਿਹੜਾ ਵਾ ਉਹ ਕੈਲਵਿਨ ਪਲੈਂਕ ਸਟੇਟਮੈਂਟ ਚ ਅਸੀਂ ਡਿਫਾਈਨ ਕਰਦੇ। ਇਟ ਇਜ਼ ਇੰਪੋਸੀਬਲ ਟੂ ਕੰਸਟਰਕਟ ਅ ਹੀਟ ਇੰਜਨ, it is impossible to construct a heat engine which is 100% efficient between the given range of temperature of source and sink। ठीक है। कार्नोट एक साइंटिस्ट का नाम है जिन्हें कार्नोट थ्योरम दी है, ठीक है। उन्हें एक आइडियल हीट इंजन का कंसेप्ट दिता
ਔਰ ਉਹਦੇ ਆਈਡੀਅਲ ਹੀਟ ਇੰਜਨ ਦੇ ਅੰਦਰ ਵੀ ਉਹਦੀ ਐਫੀਸ਼ੀਐਂਸੀ ਉਹਨੇ ਕਿਤੇ ਵੀ 100% ਨਹੀਂ ਕਹੀ। ਹਾਂ ਉਹਨੇ ਇਹ ਜ਼ਰੂਰ ਕਿਹਾ ਕਾਰਨੋਟ ਥਿਓਰਮ ਦੇ ਅੰਦਰ no one heat engine will work better than the Carnot heat engine between the given range of temperature of the source and sink। मतलब किसी भी ਆਪਾਂ different heat engine ਲੈ ਲਈਏ, ਜੇ ਕੋਈ ਹੀਟ ਇੰਜਨ ਕਾਰਨੋਟ ਸਾਈਕਲ ਨੂੰ ਪਰਫਾਰਮ ਕਰੇਗਾ ਉਹਦੇ ਅਕੋਰਡਿੰਗਲੀ ਵਰਕ ਕਰੇਗਾ। मतलब ਕਾਰਨੋਟ ਸਾਈਕਲ ਚ ਉਹਨੇ ਕੁਝ ਸਟੈਪ ਦੱਸੇ ਬੇਟਾ, ਅਗਲਾ ਟੌਪਿਕ ਆਪਣਾ, ਠੀਕ ਹੈ। ਕਾਰਨੋਟ ਸਾਈਕਲ ਦੇ ਅੰਦਰ ਉਹਨੇ ਕੁਝ ਸਟੈਪ ਦੱਸੇ ਕਿ ਜੇ ਕੋਈ ਵੀ ਹੀਟ ਇੰਜਨ ਇਹਨਾਂ ਸਟੈਪ ਨੂੰ ਫੋਲੋ ਕਰਕੇ, ਠੀਕ ਹੈ, ਵਰਕਿੰਗ ਕੰਡੀਸ਼ਨ ਆਪਣੀ ਬਣਾਏਗਾ ਤੇ ਉਸ ਹੀਟ ਇੰਜਨ ਦੀ ਐਫੀਸ਼ੀਐਂਸੀ ਜਿਹੜੀ ਉਹ ਮੈਕਸਿਮਮ ਆ। ਪਰ ਉਹਨੇ ਵੀ ਕਿਤੇ ਇਹ ਨਹੀਂ ਕਿਹਾ ਕਿ ਜਿਹੜੀ ਮੈਕਸਿਮਮ ਐਫੀਸ਼ੀਐਂਸੀ ਹੈ ਉਹ 100% ਆ। ਇਸ ਲਈ ਕੈਲਵਿਨ ਪਲੈਂਕ ਸਟੇਟਮੈਂਟ ਨੇ ਫਿਰ ਇਹ ਡਿਫਾਈਨ ਕੀਤਾ, ਕੈਲਵਿਨ ਤੇ ਪਲੈਂਕ ਨੇ, ਕਿ ਵੀ ਕੋਈ ਵੀ ਤੁਹਾਡੇ ਕੋਲ 100% ਐਫੀਸ਼ੀਐਂਟ ਹੀਟ ਇੰਜਨ ਜਿਹੜਾ ਵਾ ਉਹ ਪੋਸੀਬਲ ਨਹੀਂ ਹੈਗਾ ਕਿ ਅਸੀਂ ਕੰਸਟਰਕਟ ਕਰ ਪਾਈਏ। क्या कैल्विन प्लैंक स्टेटमेंट समझ आ रही? Yes, sir. Yes, sir. Yes, sir. चलो सेकंड स्टेटमेंट क्लॉजियस स्टेटमेंट ਜਿਹੜੀ ਕਿ ਤੁਹਾਡੇ ਕੋਲ ਪੰਪ ਨਾਲ ਰਿਲੇਟਡ ਆ, ਠੀਕ ਹੈ ਜੀ। ਇਹ ਜੋ ਨੇ ਡਿਫਾਈਨ ਹੈ ਕੀਤਾ, ਇਟ ਇਜ਼ ਇੰਪੋਸੀਬਲ, ਫਿਰ ਸਟੇਟਮੈਂਟ ਉੱਤੇ ਸ਼ੁਰੂ ਆ, ਇਟ ਇਜ਼ ਇੰਪੋਸੀਬਲ ਟੂ ਡਿਜ਼ਾਈਨ ਅ ਸੈਲਫ ਐਕਟਿੰਗ ਮਸ਼ੀਨ। It is impossible to design a self-acting machine, ठीक है, which will transfer the heat from a low temperature region to कहना जी high temperature region unaided by any external agency। मतलब आप अपना रेफ्रिजरेटर सारा हैगा वा, ठीक है, मोटर नहीं चलती, लाइट गई हुई है, क्या फ्रिज जेड़ा वा रेफ्रिजरेटर जेड़ा कूलिंग करेगा? No, sir. नहीं करेगा। ਇਹਦਾ ਮਤਲਬ ਇਹ ਹੋ ਗਿਆ ਰੈਫ੍ਰਿਜਰੇਟਰ ਨੂੰ ਕੂਲਿੰਗ ਕਰਨ ਲਈ, ਠੀਕ ਹੈ ਜੀ, ਐਸ ਸੱਚ ਯਾਨੀ ਲੋ ਟੈਂਪਰੇਚਰ ਰੀਜਨ ਚੋਂ ਹੀਟ ਨੂੰ ਹਾਈ ਟੈਂਪਰੇਚਰ ਰੀਜਨ ਚ ਟ੍ਰਾਂਸਫਰ ਕਰਨ ਵਾਸਤੇ ਐਸ ਸੱਚ ਇਲੈਕਟ੍ਰਿਕ ਮੋਟਰ ਦੀ ਰਿਕੁਆਇਰਮੈਂਟ ਹੋਏਗੀ। Yes, sir. ਉਹਨੇ ਇਸੇ ਚੀਜ਼ ਨੂੰ ਸਟੇਟਮੈਂਟ ਬਣਾਇਆ ਬੇਟਾ, ਉਹਨੇ ਕਿਹਾ ਇਟ ਇਜ਼ ਇੰਪੋਸੀਬਲ ਟੂ ਡਿਜ਼ਾਈਨ ਅ ਸੈਲਫ ਐਕਟਿੰਗ ਮਸ਼ੀਨ। ਆਪਣੇ ਆਪ ਚੱਲਣ ਵਾਲੀ ਮਸ਼ੀਨ ਕਹਿੰਦਾ ਜੀ ਨਹੀਂ ਸਾਡੇ ਕੋਲ ਹੋਏਗੀ, ਜਿਹੜੀ ਆਟੋਮੈਟਿਕਲੀ ਲੋ ਟੈਂਪਰੇਚਰ ਰੀਜਨ ਤੋਂ ਹਾਈ ਟੈਂਪਰੇਚਰ ਰੀਜਨ ਚ ਹੀ ਟ੍ਰਾਂਸਫਰ ਕਰ ਸਕੇ। ਹਾਈ ਟੂ ਲੋ ਤੇ ਆਟੋਮੈਟਿਕਲੀ ਹੋ ਜਾਂਦੀ ਆ। ਇੱਕ ਹਾਈ ਟੈਂਪਰੇਚਰ ਬਾਡੀ ਨੂੰ ਲੋ ਟੈਂਪਰੇਚਰ ਬਾਡੀ ਦੇ ਕੰਟੈਕਟ ਚ ਰੱਖ ਦਵਾਂ ਤੇ ਹੀਟ ਜਿਹੜੀ ਆ ਉਹ ਹਾਈ ਟੈਂਪਰੇਚਰ ਟੂ ਲੋ ਟੈਂਪਰੇਚਰ ਟ੍ਰਾਂਸਫਰ ਆਪਣੇ ਆਪ ਹੋ ਜਾਏਗੀ। ਪਰ ਕਹਿੰਦਾ ਇਹ ਨਹੀਂ ਪੋਸੀਬਲ ਕਿ ਸੈਲਫ ਐਕਟਿੰਗ ਮਸ਼ੀਨ ਹੋਵੇ ਜਿਹੜੀ ਹੀਟ એનર્ਜੀ ਜਿਹੜੀ ਆ ਉਹ ਲੋ ਟੈਂਪਰੇਚਰ ਰੀਜਨ ਚੋਂ ਕੱਢ ਕੇ ਹਾਈ ਟੈਂਪਰੇਚਰ ਰੀਜਨ ਚ ਥਰੋ ਕਰ ਪਾਵੇ। ਇਹ ਨਹੀਂ ਪੋਸੀਬਲ। ਉਹਦੇ ਲਈ ਉਹਨੇ ਫਿਰ ਵਰਡ ਦਿੱਤਾ ਅਨਏਡਡ ਬਾਈ ਐਨੀ ਐਕਸਟਰਨਲ ਏਜੰਟ, मतलब बिना किसी एक्सटर्नल एजेंसी ਦੀ ਮਦਦ ਤੋਂ, ਠੀਕ ਹੈ, ਤੁਸੀਂ ਲੋ ਟੈਂਪਰੇਚਰ ਰੀਜਨ ਤੋਂ ਹਾਈ ਟੈਂਪਰੇਚਰ ਰੀਜਨ ਚ ਹੀਟ ਟ੍ਰਾਂਸਫਰ ਨਹੀਂ ਕਰ ਸਕਦੇ। क्या स्टेटमेंट समझ आई? Yes, sir. Sir, पर natural ਤੇ ਹੋਈ ਸਕਦਾ ਨਾ ਉਦਾਂ। ਕਾਕੇ ਨੈਚੁਰਲ ਕਿੱਦਾਂ ਹੋ ਸਕਦਾ? ਸਰ ਮਤਲਬ ਐਗਜ਼ਾਮਪਲਸ ਹੁੰਦੀਆਂ ਕਈ ਜਿੱਦਾਂ ਲੋ ਟੈਂਪਰੇਚਰ ਤੇ ਕੋਈ ਤੂੰ ਸਿੰਗਲ ਐਗਜ਼ਾਮਪਲ ਦੇ ਦੇ ਜਿਹੜੀ ਨੇਚਰ ਦੇ ਅਗੇਂਸਟ ਵਰਕ ਕਰਦੀ ਹੋਵੇ। ਸਰ ਮੈਂ ਲੱਭ ਕੇ ਦੱਸੂਗਾ। ਚੱਲ ਲੱਭ ਲਾ बेटे। हाई टेंपरेचर टू लो टेंपरेचर ਜਿਹੜਾ ਹੀਟ ਟ੍ਰਾਂਸਫਰਿੰਗ ਪ੍ਰੈਕਟੀਕਲੀ ਪੋਸੀਬਲ ਆ, ਠੀਕ ਹੈ, ਔਰ ਉਹ ਉਦੋਂ ਤੱਕ ਕੰਟੀਨਿਊ ਰਹਿੰਦਾ ਜਦੋਂ ਤੱਕ ਕਹਿੰਦਾ ਜੀ ਥਰਮਲ ਇਕੁਇਲਿਬ੍ਰੀਅਮ ਐਸਟੈਬਲਿਸ਼ ਨਹੀਂ ਹੋ ਜਾਂਦਾ। ਗਰਮ ਪਾਣੀ ਦੀ ਬਾਲਟੀ ਦੇ ਵਿੱਚ ਮੈਂ ਠੰਡਾ ਪਾਣੀ ਮਿਕਸ ਕਰਾਂ, ਹਨਾ, ਤੇ ਪਾਣੀ ਕੋਸਾ ਹੋ ਜਾਂਦਾ। ਇਹਦਾ ਮਤਲਬ ਹਾਈ ਟੈਂਪਰੇਚਰ ਵਾਲਾ ਵਾਟਰ ਹੀਟ એનર્ਜੀ ਲੂਜ਼ ਕਰਦਾ ਜਾ ਰਿਹਾ, ਠੰਡੇ ਵਾਲਾ ਪਾਣੀ ਹੀਟ ਗੇਨ ਕਰਦਾ ਜਾ ਰਿਹਾ till a thermal equilibrium is established। ਪਰ ਜੇ ਲੋ ਟੈਂਪਰੇਚਰ ਬਾਡੀ ਹੈਗੀ ਆ, ਠੀਕ ਹੈ, ਉਹਦੇ ਵਿੱਚੋਂ ਹੀਟ એનર્ਜੀ ਹਾਈ ਟੈਂਪਰੇਚਰ ਬਾਡੀ ਨੂੰ ਆਟੋਮੈਟਿਕਲੀ ਟ੍ਰਾਂਸਫਰ ਹੋਵੇ, ਕਹਿੰਦਾ ਜੀ ਆਟੋਮੈਟਿਕਲੀ ਨਹੀਂ ਹੋ ਸਕਦਾ। ਹੀਟ ਟ੍ਰਾਂਸਫਰ ਹੁੰਦੀ ਆ ਲੋ ਟੈਂਪਰੇਚਰ ਰੀਜਨ ਤੋਂ ਹਾਈ ਟੈਂਪਰੇਚਰ ਰੀਜਨ ਚ ਹੀਟ ਟ੍ਰਾਂਸਫਰ ਹੁੰਦੀ ਆ, ਠੀਕ ਹੈ, ਬਟ ਵਿਦ ਦਾ ਹੈਲਪ ਆਫ ਐਕਸਟਰਨਲ ਏਜੰਟ। ਜੇ ਤੁਹਾਡਾ ਏਸੀ ਜਿਹੜਾ ਵਾ ਤੁਹਾਡੇ ਕਮਰੇ ਦਾ ਟੈਂਪਰੇਚਰ ਜਿਹੜਾ ਵਾ ਉਹ 18 ਡਿਗਰੀ ਕਰ ਦਿੰਦਾ ਜਦੋਂ ਬਾਹਰਲਾ ਟੈਂਪਰੇਚਰ 40 ਡਿਗਰੀ ਆ, ਤੇ ਇਹ ਏਸੀ ਦਾ ਕੰਪਰੈਸਰ ਜਿਹੜਾ ਉਹ ਕਰਾਂਦਾ ਪਿਆ ਇਲੈਕਟ੍ਰਿਸਿਟੀ ਦੀ ਹੈਲਪ ਨਾਲ, ਉਹ ਤੁਹਾਡੇ ਕਮਰੇ ਦੇ ਵਿੱਚੋਂ ਹੀਟ એનર્ਜੀ ਜਿਹੜੀ ਆ ਉਹ ਲੋ ਟੈਂਪਰੇਚਰ ਰੀਜਨ ਚੋਂ ਕੱਢ ਕੇ ਹਾਈ ਟੈਂਪਰੇਚਰ ਰੀਜਨ ਚ ਟ੍ਰਾਂਸਫਰ ਕਰਦਾ ਪਿਆ। ਪਰ that should be done with the help of ਕਹਿੰਦਾ ਜੀ ਇਲੈਕਟ੍ਰੀਕਲ એનર્ਜੀ।
ਇਹਦਾ ਮਤਲਬ ਉਹਨੂੰ ਇਲੈਕਟ੍ਰੀਕਲ એનર્ਜੀ ਦੇ ਸੋਰਸ ਤੋਂ ਆਪਾਂ ਹੀਟ એનર્ਜੀ ਸਪਲਾਈ ਕਰਦੇ ਆ ਔਰ ਉਹ ਹੀਟ એનર્ਜੀ ਅੱਗੇ ਹੋਰ ਹੀਟ એનર્ਜੀ ਕੱਢ ਕੇ ਤੁਹਾਡੇ ਗਿਵਨ ਰੀਜਨ ਨੂੰ ਜਿਹਦਾ ਲੋ ਟੈਂਪਰੇਚਰ ਆ, ਠੀਕ ਹੈ, ਉਹਨੂੰ ਹੋਰ ਠੰਡਾ ਕਰੀ ਜਾਂਦਾ ਵੇ। ਠੀਕ ਹੈ, ਉਹਨੂੰ ਅਸੀਂ ਡਿਫਾਈਨ ਕਰਦੇ ਕਿ ਵੀ ਇਟ ਇਜ਼ ਇੰਪੋਸੀਬਲ ਟੂ ਡਿਜ਼ਾਈਨ ਅ ਸੈਲਫ ਐਕਟਿੰਗ ਮਸ਼ੀਨ, ਠੀਕ ਹੈ ਜੀ, which will transfer the heat energy from low temperature region to high temperature region without the help of any external agent। ਉਹ ਕਹਿੰਦਾ ਕਰ ਸਕਦੇ ਹੋ, ਠੀਕ ਹੈ ਜੀ, ਪਰ external agency ਜਿਹੜੀ ਆ ਉਹ required ਆ। clear ਹੈ ਜੀ? yes sir ਬਾਕੀ ਤੂੰ ਐਗਜ਼ਾਮਪਲ ਲੱਭ, ਫਿਰ ਆਪਾਂ ਦੇਖਦੇ ਹਾਂ ਜਸਟੀਫਾਈ ਕਿੱਦਾਂ ਹੋਏਗੀ। ਠੀਕ ਹੈ ਜੀ? okay sir ਚਲ ਇਹਦੇ ਵਿੱਚ ਹੁਣ ਕਿਸੇ ਨੂੰ ਕੋਈ ਡਾਊਟ ਹੈਗਾ ਤਾਂ ਬੋਲੋ। ਮੈਂ ਅੱਧਾ ਘੰਟਾ ਪਿਛਲਾ ਕਰਾਂਚੀ ਸਿਰਫ ਲਾਇਆ ਵਾ ਬੇਟਾ, ਕਿ ਇੰਨਾ ਕਲੀਅਰ ਹੈ ਸਾਰਿਆਂ ਨੂੰ? Yes, sir. Yes, sir. Yes, sir. ਚਲੋ ਹੁਣ 1 ਮਿੰਟ ਰੁਕਣਾ ਪੈਣਾ, ਮੈਂ ਮੋਬਾਈਲ, ਠੀਕ ਹੈ, ਮੋਸਟ ਪ੍ਰੋਬੇਬਲੀ ਸ਼ਾਇਦ ਤੁਹਾਡੇ ਸਿਲੇਬਸ ਚੋਂ ਕੱਟਿਆ ਗਿਆ ਵਾ, ਪਰ ਟੌਪਿਕ ਕਵਰ ਕਰ ਲਈਏ ਬੇਟਾ, ਆਪਾਂ ਛੱਡਾਂਗੇ ਨਹੀਂ ਆਪਾਂ। ਠੀਕ ਹੈ, ਕਾਰਨੋਟ ਸਾਈਕਲ, ਠੀਕ ਹੈ ਜੀ, ਲੈਂਥੀ ਕੁਐਸਚਨ ਆ, ਲੈਂਥੀ ਟੌਪਿਕ ਹੈ ਥੋੜਾ ਜਿਹਾ ਤੁਹਾਡਾ। ਕਾਰਨੋਟ ਸਾਈਕਲ ਬੇਸਿਕਲੀ ਅਸੀਂ ਡਿਫਾਈਨ ਕਰੀਏ ਤਾਂ ਕਹਿੰਦਾ ਜੀ ਕਿਹਨੂੰ ਕਹਿੰਦੇ, ਜੇ ਸਕੂਲੇ ਕਰਾਇਆ ਪੁੱਤ ਤੇ ਇਸ ਚੈਪਟਰ ਦੀ ਮੇਨ ਡੈਰੀਵੇਸ਼ਨ ਯਾਨੀ ਕਹ ਲਓ ਮੇਨ ਟੌਪਿਕ ਦੇ ਵਿੱਚੋਂ ਇੱਕ ਟੌਪਿਕ ਹੋਏਗਾ। ਠੀਕ ਹੈ, ਇਸ ਲਈ ਸਕਿਪ ਨਾ ਕਰਿਓ। ਕਾਰਨੋਟ ਸਾਈਕਲ ਬੇਸਿਕਲੀ ਕਿਸ ਚੀਜ਼ ਨੂੰ ਸੀ ਕਹਿੰਦੇ ਪਏ, ਕਾਰਨੋਟ ਸਾਇੰਟਿਸਟ ਜਿਹੜਾ ਸੀਗਾ ਉਹਨੇ ਐਸਾ ਇੱਕ ਆਈਡੀਅਲ ਹੀਟ ਇੰਜਨ ਦਾ ਡਿਜ਼ਾਈਨ ਸੁਜੈਸਟ ਕੀਤਾ। ਉਹਨੇ ਕਿਹਾ ਕਿ ਵੀ ਤੁਹਾਡੇ ਕੋਲ ਐਸਾ ਜੇਕਰ ਕੋਈ ਇਸ ਕੰਡੀਸ਼ਨ ਦੇ ਅਕੋਰਡਿੰਗਲੀ, ਠੀਕ ਹੈ ਜੀ, ਤੁਹਾਡੇ ਕੋਲ ਆਪਣੇ ਹੀਟ ਇੰਜਨ ਦੀ ਵਰਕਿੰਗ ਡਿਫਾਈਨ ਕਰੇਗਾ ਤੇ ਉਸ ਹੀਟ ਇੰਜਨ ਦੀ ਐਫੀਸ਼ੀਐਂਸੀ ਜਿਹੜੀ ਹੋਏਗੀ ਇਟ ਸ਼ੁੱਡ ਬੀ ਮੈਕਸਿਮਮ। ਜੋ ਬੋਲਦਾ ਪਿਆ ਇਹਨੂੰ ਅਸੀਂ ਕਾਰਨੋਟ ਥਿਓਰਮ ਕਹਿੰਦੇ ਬੇਟਾ। ਠੀਕ ਹੈ, ਉਹਨੇ ਡਿਫਾਈਨ ਕੀਤਾ ਵਾ ਕਿ ਵੀ ਇਫ ਐਨੀ ਆਫ ਦਾ ਹੀਟ ਇੰਜਨ ਵਿਲ ਵਰਕ ਅਕੋਰਡਿੰਗ ਟੂ ਦਾ ਕਾਰਨੋਟ ਸਾਈਕਲ then efficiency of that Carnot's heat engine is to be the maximum। ਉਹਦੇ ਅਕੋਰਡਿੰਗਲੀ ਕਹਿੰਦਾ ਜੀ ਜਿਹੜਾ ਕਾਰਨੋਟ ਸਾਈਕਲ ਹੋਏਗਾ, ਜਿਹੜੇ ਹੀਟ ਇੰਜਨ, ਠੀਕ ਹੈ, ਇਸ ਸਾਈਕਲਿਕ ਪ੍ਰੋਸੈਸ ਨੂੰ ਓਬੇ ਕਰੇਗਾ, ਉਸ ਹੀਟ ਇੰਜਨ ਦੇ 4 ਉਹਨੇ ਕੰਪੋਨੈਂਟ ਕਹਿਤੇ। ਇੱਕ ਇਹਦੀ ਬਲੌਕ ਡਾਇਗਰਾਮ ਆਏਗੀ, ਇੱਕ ਇਹਦਾ ਗ੍ਰਾਫ ਆਏਗਾ ਤੇ ਨਾਲ ਇਹਦੀਆਂ ਮੈਥਮੈਟੀਕਲ ਕੰਡੀਸ਼ਨਸ ਆਣੀਆਂ। ਠੀਕ ਹੈ, ਉਹਨੇ ਡਿਫਾਈਨ ਕੀਤਾ ਕਿ ਕਾਰਨੋਟ ਸਾਈਕਲ ਜਿਹੜੇ ਹੀਟ ਇੰਜਨ ਨੇ ਪਰਫਾਰਮ ਕਰਨਾ, ਉਸ ਹੀਟ ਇੰਜਨ ਦੇ 4 ਕੰਪੋਨੈਂਟ ਹੋਊਗੇ। ਨੰਬਰ 1 ਸੋਰਸ ਆਫ ਹੀਟ એનર્ਜੀ, 3 ਕੰਪੋਨੈਂਟ ਜਿਹੜੇ ਪਹਿਲਾਂ ਗੱਲ ਕਰਕੇ ਹਟੇ ਆ ਉਹੀ ਵਾਲੇ ਰਿਪੀਟ ਹੋਊਗੇ। ਸੋਰਸ ਆਫ ਹੀਟ એનર્ਜੀ, ਸੈਕਿੰਡ ਤੁਹਾਡੇ ਕੋਲ ਸਿੰਕ ਆਫ ਹੀਟ એનર્ਜੀ, ਥਰਡ ਤੁਹਾਡੇ ਕੋਲ ਵਰਕਿੰਗ ਸਬਸਟੈਂਸ, and the fourth one is to be called as the insulating stand। ਉਹਨੇ ਆਪਾਂ ਨੂੰ ਡਿਫਾਈਨ ਕੀਤਾ ਬੇਟਾ ਦੀ ਬਲੌਕ ਡਾਇਗਰਾਮ ਦੇ ਅੰਦਰ। ਉਹ ਕਹਿੰਦਾ ਜੀ ਸਾਡੇ ਕੋਲ ਇੱਕ ਸੋਰਸ ਆਫ ਹੀਟ એનર્ਜੀ ਹੋਏਗਾ। ਠੀਕ ਹੈ, ਆਪਾਂ ਡਿਫਾਈਨ ਕਰਦੇ ਕਿ ਵੀ ਆਪਣੇ ਕੋਲ ਐਸਾ ਜੀ ਇੱਕ ਸੋਰਸ ਆਫ ਹੀਟ એનર્ਜੀ ਆ, a source always to be kept at a high temperature। ਇੱਕ ਮੇਰੇ ਕੋਲ insulating stand ਆ ਗਿਆ, ਇੱਕ ਮੇਰੇ ਕੋਲ insulating stand ਆ ਜਾਏਗਾ। ਇਹਦਾ ਮਤਲਬ ਕੀ ਇਹਦੀ ਗੱਲ ਹੁਣੀ ਕਰਾਂਗਾ। ਔਰ ਇਹਦੇ ਤੇ ਮੰਨ ਲਓ ਤੁਹਾਡੇ ਕੋਲ ਆ ਤੁਹਾਡਾ ਐਸਐਚ ਗੈਸੀਅਸ ਚੈਂਬਰ ਰੱਖਿਆ ਹੋਇਆ, ਯਾਨੀ ਇਹਦੇ ਉੱਤੇ ਅਸੀਂ ਆਪਣਾ ਉਹ ਜਿਹੜਾ ਸਿਲੈਂਡਰੀਕਲ ਸਿਸਟਮ ਹੋਏਗਾ ਜਿਸ ਚ ਅਸੀਂ ਗੈਸ ਦੀ ਕੰਪਰੈਸ਼ਨ ਤੇ ਐਕਸਪੈਂਸ਼ਨ ਕਰਦੇ, ਉਹ ਅਸੀਂ ਇਸ ਇਨਸੂਲੇਟਿੰਗ ਸਟੈਂਡ ਤੇ ਰੱਖਿਆ ਹੋਇਆ। ਠੀਕ ਹੈ, ਇੱਕ ਸਾਡੇ ਕੋਲ ਕਹਿੰਦਾ ਜੀ ਸਿੰਕ ਹੋਏਗਾ, ਇੱਕ ਸਾਡੇ ਕੋਲ ਸਿੰਕ ਹੋਏਗਾ which is to be kept at low temperature T2। यानी सोर्स मेरे को हाई टेंपरेचर ते है, सिंक मेरे को लो टेंपरेचर ते है, इंसुलेटिंग स्टैंड ते मेरा वर्किंग सबस्टेंस पे आवा। यानी इनो डिफाइन करिए ते आ मेरे को ऐसा च मेरा वर्किंग सबस्टेंस होएगा। इन्नी गल क्लियर है पहलो जी? Yes, sir. yes sir जो वर्किंग सबस्टेंस है बेटा जेड़े सिलेंडर च फिल कीता ओदियां उन्हें कुछ कंडीशन कहतियां। वो कहना जी वॉल ऑफ सिलेंडर, वॉल ऑफ सिलेंडर मेरे को ਜਿਹੜੀਆਂ ਨੇ ਇਹ ਨॉन ਕੰਡਕਟਿੰਗ ਹੋ ਗਈਆਂ, ਬੇਸ ਇਹਦਾ ਕੰਡਕਟਿੰਗ ਨੇਚਰ ਦਾ ਵਾ। ਠੀਕ ਹੈ, ਯਾਨੀ ਅਸੀਂ ਐਡੀਆਬੈਟਿਕ ਤੇ ਆਈਸੋਥਰਮਲ ਦੋਨੋਂ ਚੀਜ਼ਾਂ ਜੋੜ ਲੀਆਂ। ਆਈਸੋਥਰਮਲ ਵਾਸਤੇ ਹੀਟ ਐਕਸਚੇਂਜ ਹੋਣੀ ਚਾਹੀਦੀ, ਐਡੀਆਬੈਟਿਕ ਚ ਹੀਟ ਐਕਸਚੇਂਜ ਨਹੀਂ ਹੋਣੀ ਚਾਹੀਦੀ।
ਉਹਦੇ ਲਈ ਉਹਨੇ ਵਾਲ ਜਿਹੜੀਆਂ ਨੇ ਉਹ ਕੰਸੀਡਰ ਕੀਤੀਆਂ ਨਾਨ ਕੰਡਕਟਿੰਗ ਆ, ਤਾਂ ਕਿ ਸਰਾਊਂਡਿੰਗ ਨਾਲ ਕੋਈ ਹੀਟ ਐਕਸਚੇਂਜ ਨਹੀਂ ਹੋ ਰਹੀ। ਬੇਸ ਇਹਦਾ ਉਹਨੇ ਕਹਿਤਾ ਕੰਡਕਟਿੰਗ ਨੇਚਰ ਦਾ ਹੋਣਾ ਚਾਹੀਦਾ, ਤਾਂ ਕਿ ਪ੍ਰੋਪਰ ਵੇ ਨਾਲ ਹੀਟ ਐਕਸਚੇਂਜ ਹੋਵੇ, ਠੀਕ ਹੈ। ਔਰ ਉਸ ਤੋਂ ਬਾਅਦ ਇਨਸੂਲੇਟਿੰਗ ਸਟੈਂਡ ਸਿਰਫ ਮੇਰੇ ਕੋਲ ਐਸਾ ਇੱਕ ਸਟੈਂਡ ਆ ਜਿਹਦੇ ਉੱਤੇ ਮੈਂ ਆਪਣੇ ਵਰਕਿੰਗ ਸਿਲੰਡਰ ਨੂੰ ਜਿਹੜਾ ਵਾ ਉਹ ਕਹਿੰਦਾ ਜੀ ਐਸਾ ਪਲੇਸ ਕਰਾਂਗਾ। ਕਦੋਂ ਤੇ ਕਿਦਾਂ ਉਹਦੀ ਗੱਲ ਵਿੱਚ ਆਪਾਂ ਕੁਐਸਚਨ ਦੇ ਕਰਾਂਗੇ। ਆ ਚਾਰ ਕੰਪੋਨੈਂਟ ਨੇ, source of heat, sink of heat, working substance and fourth one is the insulating stand। ਇਹਨਾਂ ਤਿੰਨਾਂ ਲਈ ਜਿਹੜੇ ਦੋ ਦੋ ਲਾਈਨਾਂ ਤੁਸੀਂ ਲਿਖਦੇ ਹੋ ਸੇਮ ਆਣੀਆਂ, ਜਿਹੜਾ ਜਨਰਲ ਹੀਟ ਇੰਜਨ ਚ ਕਿਹਾ ਤੇ ਇੱਥੇ ਕਹਿ ਰਿਹਾ। source always have the infinite thermal capacity and always to be kept at a high temperature। source ਹਮੇਸ਼ਾ ਹਾਈ ਟੈਂਪਰੇਚਰ ਤੇ ਹੋਏਗਾ ਔਰ ਇਹਦੀ ਇਨਫਾਈਨਾਈਟ ਥਰਮਲ ਕੈਪੈਸਿਟੀ ਆ। ਸਿੰਕ ਹਮੇਸ਼ਾ ਮੇਰੇ ਕੋਲ ਲੋ ਟੈਂਪਰੇਚਰ ਤੇ ਹੋਏਗਾ ਤੇ ਇਹਦੀ ਵੀ ਇਨਫਾਈਨਾਈਟ ਥਰਮਲ ਕੈਪੈਸਿਟੀ ਆ। ਵਰਕਿੰਗ ਸਬਸਟੈਂਸ ਜਿਹੜੇ ਸਿਲੰਡਰ ਚ ਫਿਲ ਕੀਤਾ ਹੋਏਗਾ ਉਹਦੀਆਂ ਵਾਲ ਨਾਨ ਕੰਡਕਟਿੰਗ ਤੇ ਬੇਸ ਉਹਦਾ ਕੰਡਕਟਿੰਗ ਆ। ਤੇ ਵਰਕਿੰਗ ਸਬਸਟੈਂਸ ਮੇਰੀ ਕੋਈ ਆਈਡੀਅਲ ਗੈਸ ਆ, ਠੀਕ ਹੈ, ਜਿਹਦੀ ਕੰਪਰੈਸ਼ਨ ਤੇ ਐਕਸਪੈਂਸ਼ਨ ਅਸੀਂ ਸਟੱਡੀ ਕਰਨੀ ਆ। ਕਿਆ ਆ ਚਾਰ ਕੰਪੋਨੈਂਟ ਦਾ ਕਨਸੈਪਟ ਕਲੀਅਰ ਆ? Yes, sir. Yes, sir. ਇਹਨੇ ਪੋਰਸ਼ਨ ਚ ਕਿਸੇ ਨੂੰ ਕੋਈ ਡਾਊਟ ਹੈ ਬੱਚੇ? No, sir. ਚਲ ਹੁਣ ਇਸ ਤੋਂ ਬਾਅਦ ਇਹਦੀ ਜਿਹੜੀ ਐਸਐਚਓ ਨੇ ਵਰਕਿੰਗ ਕਹੀ ਆ, ਉਹ ਚੋਂ ਨੇ ਕਿਹਾ ਜੀ ਹੀਟ ਇੰਜਨ ਆਲਵੇਸ ਟੂ ਬੀ ਵਰਕ ਇਨ 4 ਸਾਈਕਲਿਕ ਸਟੈਪ। 4 ਸਟੈਪ ਡਿਫਾਈਨ ਕੀਤੇ ਜਿਹਦਾ ਇੱਕ ਸਾਈਕਲ ਉਹ ਡਿਵੈਲਪ ਕਰਦਾ। ਉਹ ਕਹਿੰਦਾ ਜੀ ਸਭ ਤੋਂ ਪਹਿਲਾਂ ਅਸੀਂ ਗੈਸ ਦੀ ਜਿਹੜੀ ਆ ਯਾਨੀ ਵਰਕਿੰਗ ਸਬਸਟੈਂਸ ਦੀ ਆਈਸੋਥਰਮਲ ਐਕਸਪੈਂਸ਼ਨ ਕਰਾਂਗੇ, पहला स्टेप बनेगा। सेकंड स्टेप दे अंदर असी उसदी एडियाबैटिक एक्सपेंशन करांगे। थर्ड स्टेप दे अंदर असी उदी आइसोथर्मल कंप्रेशन करांगे। आइसोथर्मल कंप्रेशन होएगी और फोर्थ स्टेप दे अंदर उदी वापस एडियाबैटिक कंप्रेशन होएगी। मतलब पहले दो स्टेप दे अंदर असी गैस दी की करदे पए हां, एक्सपेंशन ਦਾ ਮਤਲਬ ਆ ਤੁਸੀਂ ਪਿਸਟਨ ਜਿਹੜਾ ਵਾ ਪਹਿਲੇ ਦੋ ਸਟੈਪ ਚ ਉੱਪਰ ਹੀ ਚੁੱਕ ਕੇ ਲੈ ਕੇ ਜਾ ਰਹੇ ਹੋ। ਇੱਕ ਵਾਰੀ ਆਈਸੋਥਰਮਲ ਐਕਸਪੈਂਸ਼ਨ ਕਰ ਲੈਣੀ ਇੱਕ ਸਟੇਜ ਤੱਕ, ਉਸ ਤੋਂ ਬਾਅਦ ਉਹਦੀ ਐਡੀਆਬੈਟਿਕ ਐਕਸਪੈਂਸ਼ਨ ਕਰਾ ਲੈਣੀ। ਇਸ ਨਾਲ ਪਿਸਟਨ ਅਸੀਂ ਅਪਵਰਡ ਮੂਵ ਕਰਾ ਲਿਆ ਜਿੰਨਾ ਕਰਾਣਾ ਸੀ। ਨਵੀਂ ਸਟੇਟ ਆਉਣ ਤੋਂ ਬਾਅਦ ਅਸੀਂ ਫਿਰ ਪਿਸਟਨ ਦੀ ਦੁਬਾਰਾ ਕੀ ਸ਼ੁਰੂ ਕੀਤੀ? Compression. ਹੁਣ ਵਾਪਸ ਜਿਹੜਾ ਕੰਪਰੈਸ ਕਰਕੇ ਫਿਰ ਆਪਣੀ ਇਨੀਸ਼ੀਅਲ ਸਟੇਟ ਤੇ ਲੈ ਕੇ ਆਣਾ। ਇਹ ਡਿਊਰਿੰਗ ਐਕਸਪੈਂਸ਼ਨ ਕੰਪਰੈਸ਼ਨ ਜਿਹੜੀ ਹੀਟ એનર્ਜੀ ਮਕੈਨੀਕਲ ਚ ਕਨਵਰਟ ਹੋਣੀ ਹੈ ਸਾਡੀ, ਹਨਾ, ਇਹਦੀ ਐਫੀਸ਼ੀਐਂਸੀ ਮੈਕਸਿਮਮ ਹੋਏਗੀ ਜੇ ਇਹਨਾਂ ਸਟੈਪ ਨੂੰ ਫੋਲੋ ਕਰਕੇ ਕੋਈ ਹੀਟ ਇੰਜਨ ਵਰਕ ਕਰਦਾ ਪਿਆ। ਕਿ ਇੰਨੀ ਗੱਲ ਕਲੀਅਰ ਆ? Yes, sir. Yes, sir. ਵਾਰੀ ਵਾਰੀ ਇਹ ਚਾਰੋਂ ਸਟੈਪ ਦੀ ਗੱਲ ਕਰਨੀ ਹੈ ਬੇਟਾ। ਇਹਨਾਂ ਚੋਂ ਪਹਿਲਾ ਸਟੈਪ ਹੈਗਾ ਸਾਡੇ ਕੋਲ ਆਈਸੋਥਰਮਲ ਐਕਸਪੈਂਸ਼ਨ। ਕਹਿੰਦਾ ਜੀ ਡਿਊਰਿੰਗ ਆਈਸੋਥਰਮਲ ਐਕਸਪੈਂਸ਼ਨ we put the cylinder, we put the working substance cylinder on the source of a heat। यानी सब तो पहलो की करना, एक बारी चारे स्टेप दा सीक्वेंस दस देना। इथों इंसुलेटिंग स्टैंड तो चुक के सोर्स ते रख लिया, ये पहला स्टेप बनेगा। इथों चुक के वापस इथे रख के फिर एक्सपेंशन कीती, वो दूजा स्टेप होएगा। इथों चुक के सिंक दे उत्ते रख लिया, ठीक है, कंप्रेशन कीती, तीजा स्टेप होएगा। इथों चुक के वापस फिर इथे रख लिया, फिर कंप्रेशन कीती, चौथा स्टेप होएगा। 4 स्टेप परफॉर्म होने तो बाद पंजवें वास्ते फिर इथे जाना। ਇਹਦਾ ਮਤਲਬ ਇਹ 4 ਸਟੈਪ ਤੋਂ ਬਾਅਦ ਇੱਕ ਸਾਈਕਲ ਮੇਰੇ ਕੋਲ ਜਿਹੜਾ ਉਹ ਕੰਪਲੀਟ ਹੋ ਜਾਂਦਾ ਔਰ ਸਿਸਟਮ ਅਗੇਨ ਫਸਟ ਸਟੈਪ ਲਈ ਫਿਰ ਰੈਡੀ ਹੋ ਜਾਂਦਾ। ਇੰਨੀ ਗੱਲ ਸਮਝ ਲੱਗਦੀ? Yes, sir. ਸੋ ਪਹਿਲਾ ਸਟੈਪ ਆ ਗਿਆ ਆਈਸੋਥਰਮਲ ਐਕਸਪੈਂਸ਼ਨ। ਫਸਟ ਸਟੈਪ ਹੈਗਾ ਆਈਸੋਥਰਮਲ ਐਕਸਪੈਂਸ਼ਨ। ਉਹ ਚ ਅਸੀਂ ਥਿਉਰੀ ਬੇਟਾ ਦੋ ਲਾਈਨਾਂ ਦੀ ਥਿਉਰੀ ਲਿਖਣੀ ਜਦੋਂ ਪੇਪਰ 'ਚ ਟੌਪਿਕ ਆਂਦਾ, ਕਿਉਂਕਿ ਹਰ ਇੱਕ ਪੋਰਸ਼ਨ ਦੇ ਅੰਦਰ ਅਸੀਂ 2 ਤੋਂ 3 ਚੀਜ਼ਾਂ ਦੱਸਣੀਆਂ ਵਾ, ठीक है। एक थ्योरेटिकल वर्ड्स देने आ, फिर आप एक मैथमेटिकल दा फार्मूला लिखना वा, फिर आप एक दे ग्राफ तो एरिया लिखना वा। इदे 4 स्टेप दा करना वा, इसलिए दो लाइनां च ब्रीफ इनु लिखोगे, बहुत डिटेल नहीं इनु लिखण पैनी। सिंपल अपने को लाइन होएगी फर्स्ट वी पुट द सिलेंडर ओवर द सोर्स ऑफ ए हीट, ठीक है, वेयर इट विल एब्जॉर्ब द हीट एनर्जी फ्रॉम द सोर्स। यानी तुसी जदों इथे सिलेंडर रख दिता ते सोर्स तो इनु हीट एनर्जी दिंदे पए है ना। सोर्स ने ਜਿਹੜੀ ਹੀਟ એનર્ਜੀ ਦਿੱਤੀ ਇਹ Q1 ਆ ਗਈ। ਹੁਣ ਜਿਹੜੀ ਪਿਛਲੀ ਬਲੌਕ ਡਾਇਗਰਾਮ ਕੀਤੀ ਸੀ ਆਪਾਂ ਹੀਟ ਇੰਜਨ ਦੀ, ਹੁਣੀ
ਉਹ ਚ ਆਪਾਂ ਇਹੀ ਵਰਡ ਲੈਤੇ ਆ ਸੋਰਸ ਨੇ Q1 ਹੀਟ ਵਰਕਿੰਗ ਸਬਸਟੈਂਸ ਨੂੰ ਦਿੱਤੀ, ਉਹ ਹੀਟ એનર્ਜੀ ਲੈ ਕੇ ਵਰਕਿੰਗ ਸਬਸਟੈਂਸ ਨੇ Q2 ਹੀਟ એનર્ਜੀ ਵੇਸਟ ਕੀਤੀ ਤੇ Q1 Q2 ਦੇ ਬਰਾਬਰ ਮਕੈਨੀਕਲ ਵਰਕ ਪਰਫਾਰਮ ਕੀਤਾ। ਇਹ ਸਾਰੇ ਸਟੈਪ ਬਣਾਉਣ ਲਈ ਪਹਿਲਾ ਸਟੈਪ ਇਹ ਹੋਇਆ ਕਿ ਗੈਸ ਨੂੰ ਵਰਕਿੰਗ ਸਬਸਟੈਂਸ ਨੂੰ ਸੋਰਸ ਆਫ ਹੀਟ ਤੇ ਰੱਖ ਦਿਓ, ਜਿੱਥੋਂ ਇਹ SH Q1 ਹੀਟ ਐਬਜ਼ੌਰਬ ਕਰੇਗਾ। ਬੇਸ ਇਹਦਾ ਕੰਡਕਟਿੰਗ ਆ, ਬੇਸ ਕੰਡਕਟਿੰਗ ਹੈ, ਇਸ ਲਈ ਬੇਸ ਤੋਂ ਇਹਨੇ ਹੀਟ ਲੈ ਲੈਣੀ ਆ। ਬੇਸ ਤੋਂ ਹੀਟ ਲੈ ਕੇ, ਬੇਸ ਤੋਂ ਇਹਨੇ ਹੀਟ એનર્ਜੀ ਲੈ ਕੇ SH ਆਪਣਾ ਜਿਹੜਾ ਵਾ ਨਾਲੋਂ ਨਾਲ ਐਕਸਪੈਂਸ਼ਨ ਕਰਾਣੀ ਆ। ਕਿਉਂ ਵਰਡ ਐਕਸਪੈਂਸ਼ਨ ਬੋਲਦਾ ਪਿਆ? ਕਿਉਂਕਿ ਆਈਸੋਥਰਮਲ ਐਕਸਪੈਂਸ਼ਨ ਆ। ਜਦੋਂ ਇਹਨੇ ਸੋਰਸ ਤੋਂ ਹੀਟ એનર્ਜੀ ਲਿੱਤੀ, ਬੇਸ ਤੋਂ ਹੀਟ એનર્ਜੀ ਲਿੱਤੀ ਤੇ ਇਹਦੇ ਅੰਦਰ ਗੈਸ ਦਾ ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ। ਪਰ ਜੇ ਮੈਂ ਗੈਸ ਦੇ ਪ੍ਰੋਸੈਸ ਨੂੰ ਆਈਸੋਥਰਮਲ ਬਣਾ ਕੇ ਰੱਖਣਾ ਵਾ ਤੇ ਇਹਦਾ ਮਤਲਬ ਆ ਕਿ ਇਹਦਾ ਟੈਂਪਰੇਚਰ ਹੀਟ ਲੈ ਕੇ ਵੀ ਕਾਂਸਟੈਂਟ ਰਵੇ। ਉਹਦੇ ਲਈ ਨਾਲੋਂ ਨਾਲ ਮੈਨੂੰ ਪਿਸਟਨ ਉੱਪਰ ਨੂੰ ਚੁੱਕਣਾ ਪਏਗਾ ਤਾਂ ਕਿ ਜਿੰਨੀ ਥੱਲੇੋਂ ਹੀਟ એનર્ਜੀ ਲੈ ਕੇ ਇਹਦਾ ਟੈਂਪਰੇਚਰ ਵੱਧ ਰਿਹਾ ਹੈ ਨਾ, ਉਨੀ ਐਕਸਪੈਂਸ਼ਨ ਕਰਾ ਕੇ ਇਹਦਾ ਟੈਂਪਰੇਚਰ ਫਾਲ ਕਰ ਜਾਵੇ ਤਾਂ ਕਿ ਇਹਦਾ ਟੈਂਪਰੇਚਰ ਜਿਹੜਾ ਵਾ ਉਹ ਹੀਟ ਲੈ ਕੇ ਵੀ ਕਾਂਸਟੈਂਟ ਬਣਿਆ ਰਹੇ। ਇੰਨੀ ਗੱਲ ਸਮਝ ਲੱਗਦੀ ਪਈ? Yes. Yes, sir. ਜੇ ਇਹੀ ਇੱਕ ਲਾਈਨ ਆਪਾਂ ਲਿਖਣੀ ਆ, first of all we put the cylinder over the ਕਹਿੰਦਾ ਜੀ source of heat from where it will absorb the Q1 heat energy under isothermal condition। ਉਹਦੇ ਲਈ ਨਾਲੋਂ ਨਾਲ ਆਪਾਂ ਇਹਦਾ ਗ੍ਰਾਫ ਬਣਾਉਂਦੇ ਜਾਵਾਂਗੇ। ਜਿਹੜਾ ਗ੍ਰਾਫ ਆ ਉਹਦੇ ਵਿੱਚ ਮੇਰੇ ਕੋਲ SH ਗ੍ਰਾਫ ਕਿਹੜੇ ਕਿਹੜੇ ਵੇਰੀਏਬਲ ਚ ਆ। ਇੱਕ ਸਾਈਡ ਤੇ ਮੇਰੇ ਕੋਲ ਵੋਲੀਅਮ ਰਹੇਗਾ, ਇੱਕ ਸਾਈਡ ਤੇ ਵੋਲੀਅਮ ਔਰ ਇੱਕ ਸਾਈਡ ਤੇ ਸਾਡੇ ਕੋਲ ਪ੍ਰੈਸ਼ਰ ਰਹੇਗਾ। ਠੀਕ ਹੈ, ਇਨੀਸ਼ੀਅਲੀ ਇੱਥੇ ਗੈਸ ਦੀ ਐਕਸਪੈਂਸ਼ਨ ਹੁੰਦੀ ਪਈ ਆ। ਅਸੀਂ ਡਿਫਾਈਨ ਕਰਦੇ ਹਾਂ ਗੈਸ ਦਾ ਇਨੀਸ਼ੀਅਲ ਪ੍ਰੈਸ਼ਰ ਤੇ ਵੋਲੀਅਮ। ਇਨੀਸ਼ੀਅਲ ਸਟੇਟ ਆ ਜਿੱਥੇ ਪ੍ਰੈਸ਼ਰ ਵੋਲੀਅਮ ਉਹਦਾ P1 V1 ਆ। ਠੀਕ ਹੈ, ਤੇ ਇਸ ਵੇਲੇ ਗੈਸ ਦੀ ਆਈਸੋਥਰਮਲ ਕੰਡੀਸ਼ਨ 'ਚ ਐਕਸਪੈਂਸ਼ਨ ਹੋਈ ਆ। ਇਹ ਮਤਲਬ ਪ੍ਰੈਸ਼ਰ ਅੱਗੇ ਨਾਲੋਂ ਘਟ ਜਾਣਾ, ਵੋਲੀਅਮ ਅੱਗੇ ਨਾਲੋਂ ਵੱਧ ਜਾਣਾ। ਇਹਦਾ ਮਤਲਬ ਆਹ ਸਟੇਟ ਜਿਹੜੀ ਬਣਾਵਾਂਗਾ, ਆਹ ਕਰਵ ਜਿਹੜੀ ਬਣਾਈ ਇਹਦੇ ਅਕੋਰਡਿੰਗਲੀ ਚੱਲਣਾ ਤੇ ਇੱਥੇ ਆ ਕੇ ਜੇ ਆਹ ਪੁਆਇੰਟ ਦੇ ਉੱਤੇ B ਪੁਆਇੰਟ ਤੇ ਪ੍ਰੈਸ਼ਰ P2 ਵੋਲੀਅਮ V2 ਮਤਲਬ ਇਹਦੇ ਕੋਰਸਪੋਂਡਿੰਗ ਸਾਡਾ ਪ੍ਰੈਸ਼ਰ P1 ਸੀਗਾ, ਇਹਦੇ ਕੋਰਸਪੋਂਡਿੰਗ ਪ੍ਰੈਸ਼ਰ P1 ਸੀਗਾ ਔਰ ਇਸ ਪੁਆਇੰਟ ਦੇ ਕੋਰਸਪੋਂਡਿੰਗ ਵੋਲੀਅਮ V1 ਸੀਗਾ। ਆਹ ਪੁਆਇੰਟ ਆਂਦੇ ਆਂਦੇ ਸਾਡੇ ਕੋਲ ਪ੍ਰੈਸ਼ਰ ਜਿਹੜਾ ਵਾ ਉਹ ਅੱਗੇ ਨਾਲੋਂ ਘਟ ਗਿਆ। ਪ੍ਰੈਸ਼ਰ ਅੱਗੇ ਨਾਲੋਂ ਬੇਟਾ ਰਿਡਿਊਸ ਹੋ ਕੇ P2 ਬਣ ਗਿਆ। ਠੀਕ ਹੈ, ਵੋਲੀਅਮ ਅੱਗੇ ਨਾਲੋਂ ਇਨਕਰੀਜ਼ ਹੋ ਕੇ ਮੇਰੇ ਕੋਲ V2 ਬਣ ਗਿਆ। क्या ਇੰਨੀ ਗੱਲ ਕਲੀਅਰ ਆ? Yes, sir. Yes, sir. ਠੀਕ ਹੈ, ਔਰ ਇਸ ਪ੍ਰੋਸੈਸ ਦੇ ਵਿੱਚ ਅਸੀਂ ਸ਼ੋ ਆਫ ਕਰਦੇ ਕਿ ਇਹਨੇ ਸੋਰਸ ਦੇ ਕੋਲੋਂ Q1 ਹੀਟ એનર્ਜੀ ਵੀ ਲਿੱਤੀ ਆ। ਇੱਥੇ ਲਾਈਨਾਂ ਲਾ ਕੇ ਆ ਕੋਈ ਡਿਜ਼ਾਈਨ ਨਹੀਂ, ਕੋਈ ਕੁਝ ਨਹੀਂ, ਸਿੰਪਲੀ ਤੁਸੀਂ ਇਹ ਦਿਖਾ ਰਹੇ ਹੋ ਕਿ ਵੀ ਇਸ ਪਹਿਲੇ ਸਟੈਪ ਦੇ ਅੰਦਰ Q1 ਹੀਟ એનર્ਜੀ ਇਨਵੋਲਵਡ ਆ। ਅਸੀਂ Q1 ਹੀਟ એનર્ਜੀ ਸੋਰਸ ਦੇ ਕੋਲੋਂ ਲਿੱਤੀ ਆ। ਇਸ ਚੀਜ਼ ਨੂੰ ਸਿੰਬੋਲਿਕਲੀ ਗ੍ਰਾਫ 'ਚ ਅਸੀਂ ਇੱਥੇ ਦਿਖਾ ਦਿੱਤਾ। ਠੀਕ ਹੈ, ਔਰ ਗੈਸ ਆਈਸੋਥਰਮਲ ਐਕਸਪੈਂਸ਼ਨ ਚਾਹੀਏ ਤੇ ਆਈਸੋਥਰਮਲ ਐਕਸਪੈਂਸ਼ਨ ਦੇ ਅੰਦਰ ਟੈਂਪਰੇਚਰ ਨਹੀਂ ਚੇਂਜ ਹੁੰਦਾ। ਇਹਦਾ ਮਤਲਬ ਜੇ ਆਹ ਕੰਡੀਸ਼ਨ ਵੇਲੇ ਤੁਹਾਡੇ ਕੋਲ ਟੈਂਪਰੇਚਰ T1 ਸੀਗਾ, ਠੀਕ ਹੈ, ਤੇ B ਪੋਜੀਸ਼ਨ ਆਂਦੇ ਆਂਦੇ ਵੀ ਟੈਂਪਰੇਚਰ ਇਹਦਾ T1 ਹੀ ਰਹਿ ਜਾਓ। Yes, sir. Yes, sir. Yes, sir. Yes, sir. ਇਹ ਹੈਗਾ ਪਹਿਲਾ ਸਟੈਪ। ਔਰ ਆਪਾਂ ਬੇਟਾ ਦੋ ਟੌਪਿਕ ਵੀ ਪੜ੍ਹੇ ਆ। ਠੀਕ ਹੈ ਜੀ, ਇਸ ਚੈਪਟਰ ਦੇ ਅੰਦਰ ਸ਼ੁਰੂ ਦੇ ਵਿੱਚ ਸੀਗਾ ਵਰਕ ਡਨ ਡਿਊਰਿੰਗ ਆਈਸੋਥਰਮਲ ਐਕਸਪੈਂਸ਼ਨ ਔਰ ਇੱਕ ਸੀਗਾ ਵਰਕ ਡਨ ਡਿਊਰਿੰਗ ਐਡੀਆਬੈਟਿਕ ਐਕਸਪੈਂਸ਼ਨ। ਹੁਣ ਵਰਕ ਡਨ ਡਿਊਰਿੰਗ ਆਈਸੋਥਰਮਲ ਐਕਸਪੈਂਸ਼ਨ ਨੂੰ ਜੇ ਅਸੀਂ ਡਿਫਾਈਨ ਕਰੀਏ ਤੇ ਪਹਿਲੀ ਸਟੇਜ ਜਦੋਂ ਪ੍ਰੈਸ਼ਰ ਵੋਲੀਅਮ P1 V1 ਤੋਂ ਚੇਂਜ ਹੋ ਕੇ P2 V2 ਬਣਿਆ, ਇਸ ਪ੍ਰੋਸੈਸ ਦੇ ਅੰਦਰ ਜਿਹੜਾ ਵਰਕ ਡਨ ਸੀਗਾ ਇਹਦਾ ਫਾਰਮੂਲਾ ਆਪਣੇ ਕੋਲ ਆਂਦਾ we know that work done equal to 2.303 RT log base 10 of V2 by V1। ਇਹ ਟੌਪਿਕ ਸੀਗਾ ਆਪਣੇ ਕੋਲ ਵਰਕ ਡਨ ਡਿਊਰਿੰਗ ਆਈਸੋਥਰਮਲ ਐਕਸਪੈਂਸ਼ਨ। ਉਹਦੇ ਵਿੱਚ ਵਰਕ ਡਨ ਦਾ ਆ ਫਾਰਮੂਲਾ ਆਪਾਂ ਡਿਫਾਈਨ ਕੀਤਾ ਹੋਇਆ। ਟੈਂਪਰੇਚਰ ਕਿਉਂਕਿ T1 ਲਿਖ ਕੇ ਚੱਲਦੇ ਪਏ ਇਸ ਲਈ ਇਹਨੂੰ ਟੈਂਪਰੇਚਰ ਨੂੰ T1 ਡਿਫਾਈਨ ਕਰ ਰਿਹਾ। फाइनल वॉल्यूम V2 आ, इनिशियल V1 आ। सो वॉल्यूम दी फॉर्म च मेरे को रेशियो log of V2 by V1 आ। क्या पहला स्टेप समझ लग गया? Yes, sir. Yes, sir. Yes, sir. आपा इसके अंदर लिखी कोई लाइन आ
ठीक है, बट तुसी मैं बार बार कह रहा थ्योरी च एक लाइन दो लाइनां लिख देनियां कि सिलेंडर ਅਸੀਂ सोर्स ਤੇ ਰੱਖਿਆ ਸੀਗਾ, सोर्स ने ਉਹਨੂੰ Q1 ਹੀਟ એનર્ਜੀ ਦਿੱਤੀ ਜਿਹਦੇ ਕਰਕੇ ਗੈਸ ਦੀ ਐਕਸਪੈਂਸ਼ਨ ਹੋਈ। ठीक है, ਉਹਦਾ ਪ੍ਰੈਸ਼ਰ ਵੋਲਿਊਮ ਕਿੱਦਾਂ ਚੇਂਜ ਹੋਇਆ ਐਜ਼ ਸ਼ੋਨ ਬਾय ਦਾ ਇੰਡੀਕੇਟਰ ਡਾਇਗਰਾਮ। इस इंडिकेटर डायग्राम के अंदर असी वो प्रेशर वॉल्यूम दी चेंज दिखाने पे। क्या इन्नी गल क्लियर है बेटा? Yes, sir. Yes, और sir. इस पूरे प्रोसेस दे अंदर Q1 साडी हीट एनर्जी जेडी आ वो यूज होई आ। ਇਹਦਾ मतलब जे मैं इथे डिफाइन करदा ते आपां इस वर्क डन वास्ते जेडी सोर्स तो हीट लेती है Q1 आ, यानी आ मेरी एसएच फर्स्ट इक्वेशन बन जाएगी। क्या इन्नी गल समझ लगी सारे नु? Yes. Yes, दूसरी sir. गल, जे मैं वर्क डन नु डिफाइन करना फिर दोबारा, पर ਅਸੀਂ ਇੱਕ ਟੌਪਿਕ ਇਹ ਪੜਿਆ ਸੀ ਇੰਡੀਕੇਟਰ ਡਾਇਗਰਾਮ ਦਾ ਏਰੀਆ ਲੈ ਕੇ ਵੀ ਵਰਕ ਡਿਫਾਈਨ ਹੋ ਜਾਂਦਾ। क्या पता जो बोलदा ਪਿਆ? Yes. Yes, sir. ਇਸ Yes. ਇੰਡੀਕੇਟਰ ਡਾਇਗਰਾਮ ਦਾ ਜਿੰਨਾ ਏਰੀਆ ਅੰਡਰ ਦਾ ਕਰਵ ਹੋਏਗਾ ਉਹ ਸਾਡਾ ਵਰਕ ਡਨ ਡਿਫਾਈਨ ਕਰਦਾ ਬੱਚੇ। Yes, sir. ਸੋ Yes, ਜੇ sir. ਇੱਕ ਪੁਆਇੰਟ ਡਿਫਾइन ਕਰ ਲਵਾਂ, ਠੀਕ ਹੈ ਜੀ, ਆਪਾਂ ਇੱਥੇ ਇੱਕ ਪੁਆਇੰਟ m ਕਹਿ ਦਿੰਨੇ, ਇੱਕ ਪੁਆਇੰਟ n ਆ ਗਿਆ ਤੇ ਇਸ ਵੇਲੇ ਆ a b n m a ਇਹ ਮੇਰਾ ਐਸਐਚ ਆਈਸੋਥਰਮਲ ਐਕਸਪੈਂਸ਼ਨ ਵਾਲੀ ਕਰਵ ਦੇ ਏਰੀਆ ਅੰਡਰ ਦਾ ਗ੍ਰਾਫ ਆਜੂ। Yes, sir. यानी जे मैं इसे वर्क नो डिफाइन करना, इसे वर्क नो डिफाइन करना आल्सो वर्क डन डिफाइन करा ते वर्क डन इक्वल टू एरिया। ठीक है जी, एरिया अंडर द ग्राफ ते एरिया पा अंडर द ग्राफ ले रहे ए बी एन एम ए। इस कर्व दा जो एरिया होएगा ये थोड़ा आइसोथर्मल एक्सपेंशन दा वर्क डन आ जाएगा। क्या फर्स्ट स्टेप क्लियर सारे नु हुन? Yes, sir. Yes, sir. ਹੁਣ ਆ ਗਿਆ ਸੈਕਿੰਡ ਸਟੈਪ। ਸੈਕਿੰਡ ਸਟੈਪ ਦੇ ਅੰਦਰ ਅਸੀਂ ਡਿਫਾਈਨ ਕਰਦੇ ਪਏ ਐਡੀਆਬੈਟਿਕ ਐਕਸਪੈਂਸ਼ਨ। ਯਾਨੀ ਐਕਸਪੈਂਸ਼ਨ ਹੁਣ ਵੀ ਹੋਏਗੀ ਪਰ ਐਕਸਪੈਂਸ਼ਨ ਐਡੀਆਬੈਟਿਕ ਕੰਡੀਸ਼ਨ ਚ ਹੋਏਗੀ। ਤੇ ਜੇ ਐਡੀਆਬੈਟਿਕ ਕੰਡੀਸ਼ਨ ਚ ਐਕਸਪੈਂਸ਼ਨ ਕਰੀਏ, ਨਾਓ ਵੀ ਸੈਟ ਕਿ ਸਿਲੰਡਰ ਇਜ਼ ਪੁੱਟ ਓਵਰ ਦਾ ਇਨਸੂਲੇਟਿੰਗ ਸਟੈਂਡ। ਆਪਾਂ ਇਹ ਤੋਂ ਸੋਰਸ ਤੋਂ ਸਿਲੰਡਰ ਚੁੱਕਿਆ, ਚੁੱਕ ਕੇ ਇਹਨੂੰ ਐਸਜ ਇਨਸੂਲੇਟਿੰਗ ਸਟੈਂਡ ਦੇ ਉੱਤੇ ਰੱਖ ਲਿਆ। ਹੁਣ ਇਨਸੂਲੇਟਿੰਗ ਸਟੈਂਡ ਤੇ ਜਦੋਂ ਸਿਲੰਡਰ ਆਇਆ, ठीक है, वॉल एदियां नॉन कंडक्टिंग आ, बेस एदा बेशक कंडक्टिंग आ पर रखया कादे ते आ Insulating इंसुलेटिंग स्टैंड। एदा मतलब थल्लेों कोई हीट नहीं मिलनी। आपां स्टिल गैस दी हजे होर एक्सपेंशन करांगे, प्रेशर वॉल्यूम P2 V2 तो चेंज करा के P3 V3 ते लेके जावांगे, पर इस प्रोसेस दे अंदर जदों एक्सपेंशन करांगा थल्लेों हीट कोई नहीं मिलनी। ठीक है, वॉल पहलों ही नॉन कंडक्टिंग सी, हीट मिलन दे चांस तो बेस तो सीगा पर बेस नॉन कंडक्टिंग आ। ठीक है जी, और थल्ले रखिया उन्होंने बेस कंडक्टिंग है सॉरी, पर रखिया उन्होंने इंसुलेटिंग स्टैंड ते आ, इसलिए इंसुलेटिंग स्टैंड तो भी हीट नहीं मिलनी। वॉल पहलों ही नॉन कंडक्टिंग आ, इसलिए वॉल तो भी हीट नहीं आनी। ते जेडी हुण फिर गैस दी एक्सपेंशन होएगी अपनी नेक्स्ट स्टेज तक, ओदे अंदर कोई हीट इन्वॉल्व तो नहीं होएगी। Yes, sir. बेटा एक गल समझ लगी? ਆਪਾਂ ਜਦੋਂ ਐਸ ਸਿਲੰਡਰ ਨੂੰ ਵਾਪਸ ਇਨਸੂਲੇਟਿੰਗ ਸਟੈਂਡ ਤੇ ਰੱਖ ਕੇ ਫਿਰ ਆਪਾਂ ਇਹਨੂੰ ਐਕਸਪੈਂਡ ਕੀਤਾ ਤੇ ਇਸ ਪ੍ਰੋਸੈਸ ਦੇ ਅੰਦਰ ਇਹਨੂੰ ਕੋਈ ਹੀਟ એનર્ਜੀ ਨਹੀਂ ਮਿਲੀ। ਔਰ ਜਦੋਂ ਇਹਨੂੰ ਹੀਟ એનર્ਜੀ ਨਹੀਂ ਮਿਲੀ, ਹਾਂ, ਪਰ ਹੋਇਆ ਕਿ ਇਹ ਐਕਸਪੈਂਡ ਕਰ ਗਈ। ਤੇ ਜੇ ਐਕਸਪੈਂਡ ਕਰਾਇਆ ਇਹਨੂੰ ਤੇ ਇਹਦਾ ਮਤਲਬ ਆ ਉਸ ਮੂਮੈਂਟ ਤੇ ਇਹਦਾ ਟੈਂਪਰੇਚਰ ਅੱਗੇ ਨਾਲੋਂ ਫਾਲ ਕਰ ਜੂ। Yes, Yes, sir. yes, sir. Yes, sir. ਕੋਈ ਨਿਆਣਿਓ, ਤੁਹਾਡਾ ਰਿਸਪੌਂਸ ਜਿਹੜਾ ਉਹ ਘਟ ਗਿਆ ਵਾ। ਮੈਨੂੰ ਹੁਣ ਵੀ ਉਹਨੇ ਐਕਟਿਵਲੀ ਪਾਰਟਿਸਿਪੇਸ਼ਨ ਚਾਹੀਦੀ ਆ। Yes, sir. ਗੱਲ ਸਮਝ ਲੱਗਦੀ ਪਈ ਸਾਰਿਆਂ ਨੂੰ? ਜਦੋਂ ਆਪਾਂ ਸਿਲੰਡਰ Yes, ਨੂੰ sir. ਵਾਪਸ ਐਸ ਸੱਚ ਇਨਸੂਲੇਟਿੰਗ ਸਟੈਂਡ ਤੇ ਰੱਖ ਕੇ ਐਕਸਪੈਂਡ ਕੀਤਾ ਤੇ ਇਸ ਪ੍ਰੋਸੈਸ ਚ ਉਹਦੇ ਕੋਲ ਕੋਈ ਹੀਟ ਨਹੀਂ ਆਈ। ਠੀਕ ਹੈ, ਕਿਉਂਕਿ ਥੱਲੇੋਂ ਹੀਟ ਮਿਲਣੀ ਸੀ ਬੇਸ ਤੋਂ, ਉਹ ਪਹਿਲੋਂ ਇਨਸੂਲੇਟਰ ਆ। ਇਹਦਾ ਮਤਲਬ ਹੋ ਗਿਆ ਇਹਦੇ ਅੰਦਰ ਜਿਹੜੀ ਹੀਟ એનર્ਜੀ ਸੀ ਉਹ ਵਰਤੀ ਗਈ ਤੇ ਜੇ ਉਹ ਹੀਟ એનર્ਜੀ ਅੱਗੇ ਨਾਲੋਂ ਮੇਰੇ ਕੋਲ ਚੇਂਜ ਹੀਟ એનર્ਜੀ ਯੂਜ਼ ਹੋਈ ਆ, ਉਹ ਹੀਟ એનર્ਜੀ ਯੂਜ਼ ਕਰਕੇ ਇਹਨੇ ਆਪਣੀ ਐਕਸਪੈਂਸ਼ਨ ਕਰਾ ਲਈ। ਤੇ ਡਿਊਰਿੰਗ ਐਕਸਪੈਂਸ਼ਨ ਕਿਉਂਕਿ ਥੱਲੇ ਉਹ ਹੀਟ ਨਹੀਂ ਮਿਲੀ, ਇਸ ਲਈ ਐਕਸਪੈਂਸ਼ਨ ਦੇ ਵਿੱਚ ਇਹਦਾ ਵੋਲੀਅਮ ਜਿਹੜਾ ਵਾ ਉਹ ਵੱਧ ਗਿਆ, ਪ੍ਰੈਸ਼ਰ ਘਟ ਗਿਆ ਤੇ ਟੈਂਪਰੇਚਰ ਵੀ ਘਟ ਜੂ। Yes, Yes, sir. मतलब ਜਿਹੜਾ ਸੈਕਿੰਡ ਸਟੈਪ ਹੋਏਗਾ ਉਹਦੇ ਅੰਦਰ ਜੇ ਆ ਮੈਂ ਐਸਐਚ ਦੀ ਕਰਵ ਲੈ ਕੇ ਚੱਲਾਂ ਕਿ ਵੀ ਇਹਦੇ ਅੰਦਰ ਜਿਹੜਾ C ਪੁਆਇੰਟ ਜਦੋਂ ਆਇਆ ਇਹਦਾ ਪ੍ਰੈਸ਼ਰ P3 ਵੋਲੀਅਮ V3 ਹੋਇਆ।
ਪਰ ਇਹਦੇ ਨਾਲ ਨਾਲ ਇਹਦਾ ਟੈਂਪਰੇਚਰ T1 ਤੋਂ ਘਟ ਕੇ T2 ਗ੍ਰਾਫ ਕਿਤੇ ਵੀ ਟੈਂਪਰੇਚਰ ਨਹੀਂ ਦਿਖਾਉਂਦਾ ਪਿਆ ਇਹ ਗੱਲ ਯਾਦ ਰੱਖ ਕੇ ਚੱਲਿਓ ਗ੍ਰਾਫ 'ਚ ਦੋ ਵੇਰੀਏਬਲ ਆ ਪ੍ਰੈਸ਼ਰ ਵਰਸਸ ਵੋਲੀਅਮ ਟੈਂਪਰੇਚਰ ਸਿਰਫ ਸਿੰਬੋਲਿਕਲੀ ਦਿਖਾਇਆ ਜਾ ਰਿਹਾ ਆ ਲਾਈਨ ਥੱਲੇ ਜਾਣ ਦਾ ਕਿਤੇ ਮਤਲਬ ਇਹ ਨਹੀਂ ਕਿ ਟੈਂਪਰੇਚਰ ਵੀ T1 ਤੋਂ ਘਟ ਕੇ T2 ਬਣਦਾ ਕਿਉਂਕਿ ਗ੍ਰਾਫ 'ਚ ਟੈਂਪਰੇਚਰ ਕਿਤੇ ਨਹੀਂ ਅਸੀਂ ਦਿਖਾ ਰਹੇ ਸਿਰਫ ਐਸ ਸੱਚ ਦੱਸਦੇ ਪਏ ਕਿ T1 ਹਾਇਰ ਟੈਂਪਰੇਚਰ ਸੀਗਾ ਤੇ T2 ਮੇਰੇ ਕੋਲ ਟੈਂਪਰੇਚਰ ਅੱਗੇ ਨਾਲੋਂ ਲੋ ਬਣ ਗਿਆ ਕਿਆ ਇੰਨੀ ਗੱਲ ਕਲੀਅਰ ਆ Yes, sir. Yes, sir. Yes, sir. Yes. ਚਲੋ ਇਹਦਾ ਮਤਲਬ ਇੱਥੇ ਕੁਝ ਨਾਮ ਦੇ ਦੇਣੇ ਐਸ ਪੁਆਇੰਟ ਆ ਗਿਆ ਮੰਨ ਲਓ ਹੁਣ ਇਹਦਾ ਮਤਲਬ ਜਦੋਂ ਆ ਸਟੇਜ ਆਈ ਆ ਤੇ ਇਸ ਸਟੇਜ 'ਚ ਕਿਆ ਕੋਈ ਹੀਟ ਇਨਵੋਲਵਡ ਹੋਈ No, sir. No, sir. ਇਸ ਲਈ ਇਸ ਗ੍ਰਾਫ ਕਰਵ ਦੇ ਉੱਤੇ ਇਸ ਕਰਵ ਦੇ ਉੱਤੇ ਅਸੀਂ ਕਿਤੇ ਵੀ ਜਿਹੜਾ ਐਸਐਚ Q2 ਵਗੈਰਾ ਸਿੰਬਲ ਨਹੀਂ ਪਾ ਸਕਦੇ ਕਿਉਂਕਿ ਇੱਥੇ ਹੀਟ ਦੀ ਐਕਸਚੇਂਜ ਕੋਈ ਇਨਵੋਲਵਡ ਨਹੀਂ ਹਾਂ ਪਰ ਟੈਂਪਰੇਚਰ ਦੀ ਚੇਂਜ ਆ ਤੇ ਇੱਥੋਂ ਇੱਕ ਗੱਲ ਦਿਮਾਗ 'ਚ ਰੱਖ ਲਓ ਜਿੱਥੇ ਕਿਤੇ ਕਰਵ ਦੇ ਉੱਤੇ ਹੀਟ ਐਕਸਚੇਂਜ ਆ ਉੱਥੇ ਟੈਂਪਰੇਚਰ ਦੀ ਚੇਂਜ ਨਹੀਂ ਆਈ ਜਿੱਥੇ ਮੇਰੇ ਕੋਲ ਟੈਂਪਰੇਚਰ ਦੀ ਚੇਂਜ ਆ ਹਨਾ ਉੱਥੇ ਹੀਟ ਦੀ ਕੋਈ ਚੇਂਜ ਨਹੀਂ ਆਈ ਇੰਨੀ ਗੱਲ ਸਮਝ ਲੱਗੀ Yes, sir. और इस प्रोसेस के अंदर जो वर्क डन डिफाइन करिए ठीक है जी इथे किते Q2 नहीं लिख रहा क्योंकि कोई हीट दी इन्वॉल्वमेंट नहीं हैगी इथे जेड़ा वर्क आ वो एडियाबैटिक एक्सपेंशन आ एडियाबैटिक दा फार्मूला आ सीगा R/1 माइनस गामा इनटू T2 माइनस T1 यानी आ मेरे को वर्क डन दा फार्मूला ऐसा आ जाएगा जदों एडियाबैटिक एक्सपेंशन हुई है क्योंकि टेंपरेचर चेंज है ना T1 ਤੇ T2 दो टेंपरेचर चेंज इन्वॉल्वड है इसलिए टेंपरेचर दी फॉर्म च रिजल्ट आ जाना क्या आ फार्मूला क्लियर है Yes, sir. और इस केस दे अंदर जेड़ा वर्क डन होएगा वो एरिया अंडर द कर्व लिख दो हुन जेडी कर्व बनी BCSNB ठीक है यानी एरिया ऑफ BCSNB आ मेरे को एरिया ऑफ द ग्राफ जेड़ा वा ये मेरा सेकंड स्टेप दे उत्ते वर्क डन डिफाइन करेगा क्लियर है Yes, sir. Sir, Yes, sir. हां जी sir, B C S N क्यों नहीं लिख रहे हैं? B क्यों लिख रहे हैं फिर से? BCSNB BCSNB ये अपने आप च एक मेरे को जेड़ा वा इस पूरी कर्व दा एरिया लेना ना Okay, sir. क्लोज कर्व बन गई ना बेटे ते ਅਸੀਂ क्लोज पाथ इन्ना ही लवांगे बेटा Yes. ਤਾਂ ਅਸੀਂ ਉਸੇ ਪੁਆਇੰਟ ਨੂੰ ਫਾਈਨਲ ਫੇਰ ਦੁਬਾਰਾ ਡਿਫਾਈਨ ਕਰ ਦਿੰਨੇ ਹੁਣ ਆ ਜੋ ਥਰਡ ਸਟੈਪ ਤੇ ਹੁਣ ਇੱਥੋਂ ਚੁੱਕਾਂਗੇ ਵਰਕਿੰਗ ਸਬਸਟੈਂਸ ਕਿੱਥੇ ਰੱਖ ਦਈਏ Think. ਸਿੰਕ ਦੇ ਉੱਤੇ ਹੁਣ ਜਦੋਂ ਇਹੀ ਵਰਕਿੰਗ ਸਬਸਟੈਂਸ ਮੈਂ ਸਿੰਕ ਦੇ ਉੱਤੇ ਰੱਖਾਂਗਾ ਯਾਨੀ ਆਹੀ ਕੰਟੇਨਰ ਆਪਣਾ ਜਿਹੜਾ ਐਸਐਚ ਆ ਇਹਨੂੰ ਸਿੰਕ ਦੇ ਉੱਤੇ ਰੱਖੂਗੇ ਔਰ ਹੁਣ ਇਸ ਮੂਵਮੈਂਟ ਤੇ ਥਰਡ ਸਟੈਪ ਅਸੀਂ ਨਾਮ ਦਿੱਤਾ ਸੀ ਆਈਸੋਥਰਮਲ ਕੰਪਰੈਸ਼ਨ ਥਰਡ ਸਟੈਪ ਹੈਗਾ ਮੇਰਾ ਆਈਸੋਥਰਮਲ ਕੰਪਰੈਸ਼ਨ आइसोथर्मल कंप्रेशन दे अंदर हुन कंप्रेशन शुरू हुआ ਇਹਦਾ ਮਤਲਬ ਇਹ ਹੋ ਗਿਆ ਨਾउ वी मूव द पिस्टन इन डाउनवर्ड डायरेक्शन ਜਦੋਂ ਪਿਸਟਨ ਮੈਂ ਡਾਊਨਵਰਡ ਮੂਵ ਕਰਾਂਗਾ ਕੀ ਹੋਣਾ ਸ਼ੁਰੂ ਹੋ ਜੂ Temperature increase. ਵਿੱਚ ਕੁਝ ਬੱਚੇ ਸਕਿਪ ਕਰਨੇ ਸ਼ੁਰੂ ਹੋਏ ਆ ਕਿਆ ਕਲਾਸ ਹੈ ਤੁਹਾਡੀ Yes. ਕਿੰਨੇ ਵਜੇ ਆ